पौलुस रसूल दी पैतरी रोमिया नूं उसका पहला बाप। लिखतुम पौलुस यीशु मसीह दा दास जिहड़ा रसूल बनन लई सद्दिया गया ਅਤੇ परमेश्वर ਦੀ खुशखबरी ਦੇ ਲਈ ਵੱਖਰਾ ਕੀਤਾ ਗਿਆ, ਜਿਹਦਾ ਉਹਨੇ ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਅੱਗੇ ਹੀ ਵਚਨ ਦਿੱਤਾ ਸੀ, ਅਰਥਾਤ ਆਪਣੇ ਪੁੱਤਰ ਦੇ ਹੱਕ ਵਿੱਚ, ਜਿਹੜਾ ਸਰੀਰ ਦੇ ਸੰਬੰਧਾਂ ਕਰਕੇ ਦਾਊਦ ਦੀ ਅੰਸ਼ ਵਿੱਚ ਉਤਪਤ ਹੋਇਆ ਅਤੇ ਪਵਿੱਤਰਤਾਈ ਦੀ ਆਤਮਾ ਅਤੇ ਸਰਬੰਧ ਕਰਕੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਸਮਰਥਾ ਨਾਲ ਪਰਮੇਸ਼ਵਰ ਦਾ ਪੁੱਤਰ ਅਤੇ ਪ੍ਰਭੂ ਯਿਸੂ ਮਸੀਹ ਮਿਥਿਆ ਗਿਆ, ਜਿਹਦੇ ਰਾਹੀਂ ਅਸਾਂ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ, ਭਈ ਉਹਦੇ ਨਾਮ ਦੀ ਖਾਤਰ ਸਭਨਾਂ ਕੌਮਾਂ ਵਿੱਚ ਨੇਚਾ ਦੀ ਆਗਿਆਕਾਰੀ ਹੋ ਜਾਏ, ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੀ ਸੱਦੇ ਹੋਏ ਹੋ। ਅੱਗੇ ਜੋਗ ਹੈ ਉਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ। ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਸਦਾ ਹੁੰਦੀ ਰਹੇ। ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨੇਚਾ ਦਾ ਪ੍ਰਚਾਰ ਹੁੰਦਾ, ਕਿਉਂ ਜੋ ਪਰਮੇਸ਼ਵਰ ਜਿਹਦੀ ਮੈਂ ਆਪਣੇ ਆਤਮਾ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਦੀ ਸੇਵਾ ਕਰਦਾ ਹਾਂ, ਮੇਰਾ ਗਵਾਹ ਹੈ, ਜੋ ਮੈਂ ਕਿਸ ਵੇਲੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ ਅਤੇ ਸਦਾ ਇਹ ਮੰਗਦਾ ਹਾਂ, ਭਈ ਕਿਸੇ ਤਰ੍ਹਾਂ ਹੁਣ ਇੰਨੇ ਚਿਰ ਪਿੱਛੋਂ ਯਹੋਵਾ ਦੀ ਇੱਛਾ ਹੈ ਤਾਂ ਮੈਂ ਸੁੱਖ ਸਾਂਦ ਨਾਲ ਤੁਹਾਡੇ ਕੋਲ ਆਪਣਾ, ਕਿਉਂ ਜੋ ਮੈਂ ਤੁਹਾਡੇ ਦਰਸ਼ਨ ਨੂੰ ਬਹੁਤ ਤਰਸਦਾ ਹਾਂ, ਭਈ ਜਾਣੋ ਕੋਈ ਆਤਮਿਕ ਦਾਨ ਨੂੰ ਤੁਹਾਨੂੰ ਦਵਾਵਾਂ ਜੋ ਤੁਸੀਂ ਤਗੜੇ ਹੋ ਜਾਓ। ਤਾਤਪਰਜ ਇਹ ਹੈ ਜੋ ਤੁਸਾਂ ਆਪਣੇ ਵਿੱਚ ਰਲ ਕੇ ਆਪਣੀ ਨੇਚਾ ਦੇ ਕਾਰਨ ਜਿਹੜੀ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਹੈ, ਸਾਡੀ ਦੋਹਾਂ ਦੀ ਨਿਸ਼ਾ ਹੋਵੇ। ਅਤੇ ਹੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਜੋ ਮੈਂ ਕਿੰਨੀ ਵਾਰੀ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਅਤੇ ਭਾਈ ਜਿਵੇਂ ਬਾਕੀਆਂ ਭਰਾਈ ਕੌਮਾਂ ਵਿੱਚ ਤਿਵੇਂ ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ, ਪਰ ਹੁਣ ਤੋੜੀ ਮੈਂ ਡੱਕਿਆ ਰਿਹਾ। ਮੈਂ ਯੂਨਾਨੀਆਂ ਅਤੇ ਓਪਰਿਆਂ ਦਾ ਬੁੱਧਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ, ਸੋ ਮੈਂ ਤੁਹਾਡੇ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ਖਬਰੀ ਸੁਣਾਉਣ ਲਈ ਲੱਕ ਬੱਧਾ ਹੈ। ਮੈਂ ਤਾਂ ਅੰਜੀਲ ਤੋਂ ਸ਼ਰਮਾਉਂਦਾ ਨਹੀਂ, ਇਸ ਲਈ ਜੋ ਹਰੇਕ ਨੇਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ਵਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫਿਰ ਯੂਨਾਨੀ ਦੇ ਲਈ, ਕਿਉਂ ਜੋ ਉਸ ਵਿੱਚ ਪਰਮੇਸ਼ਵਰ ਦਾ ਧਰਮ ਹੈ, ਜੋ ਨੇਚਾ ਤੋਂ ਨੇਚਾ ਲਈ ਪ੍ਰਗਟ ਹੁੰਦਾ ਹੈ। ਜਿਵੇਂ ਲਿਖਿਆ ਹੋਇਆ ਹੈ, ਭਈ ਧਰਮੀ ਨੇਚਾ ਤੋਂ ਜਿਉਂਦਾ ਰਹੇਗਾ। ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਦੇ ਨਾਲ ਦਬਾਈ ਰੱਖਦੇ ਹਨ, ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਦੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਤਾਂ ਆਕਾਸ਼ੋਂ ਪ੍ਰਗਟ ਹੋਇਆ, ਕਿਉਂ ਜੋ ਪਰਮੇਸ਼ਵਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ, ਸੋ ਉਹਨਾਂ ਵਿੱਚ ਪਰਮੇਸ਼ਵਰ ਦਾ ਪ੍ਰਕਾਸ਼ ਹੈ। ਇਸ ਲਈ ਜੋ ਪਰਮੇਸ਼ਵਰ ਨੇ ਉਹਨਾਂ ਉਸ ਉੱਤੇ ਉਸ ਨੂੰ ਪ੍ਰਗਟ ਕੀਤਾ, ਕਿਉਂ ਜੋ ਜਗਤ ਉਤਪਨ ਹੋਣ ਤੋਂ ਉਹਦਾ ਅਣਡਿੱਠਾ ਸੁਭਾਅ, ਅਰਥਾਤ ਉਹਦੀ ਅਨਾਦੀ ਦੀ ਸਮਰਥਾ ਅਤੇ ਈਸ਼ਵਰਤਾਈ ਦੀ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਇਸ ਕਰਕੇ ਇਹਦੇ ਲਈ ਕੋਈ ਉਜ਼ਰ ਨਹੀਂ, ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ਵਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣਦੇ ਗਏ ਅਤੇ ਉਹਨਾਂ ਦੇ ਬੁੱਧਹੀਨ ਮਨ ਹਨੇਰੇ ਹੋ ਗਏ ਅਤੇ ਆਪਣੇ ਆਪ ਨੂੰ ਬੁੱਧਵਾਨ ਮੰਨ ਕੇ ਮੂਰਖ ਬਣ ਗਏ ਅਤੇ ਅਬਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾਸ਼ਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਈਆਂ ਅਤੇ ਕਿਸਰਨ ਵਾਲੇ ਜੀਵ ਜੰਤੂਆਂ ਦੇ ਰੂਪ ਵਿੱਚ ਮੂਰਤ ਨਾਲ ਵਟਾ ਦਿੱਤਾ। ਇਸ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮੰਦ ਦੱਸ ਕੇ ਇਹ ਕੀਤਾ, ਭਈ ਉਹਨਾਂ ਦੇ ਸਰੀਰ ਆਪੋ ਵਿੱਚ ਬੇਪਤ ਹੋ ਜਾਣ ਅਤੇ ਉਹਨਾਂ ਨੇ ਪਰਮੇਸ਼ਵਰ ਦੀ ਸੱਚਾਈ ਨੂੰ ਝੂਠ ਨਾਲ ਵਟਾ ਦਿੱਤਾ ਹੈ ਅਤੇ ਕਰਤਾਰ ਜਿਹੜਾ ਜੁਗੋ ਜੁਗ ਹੈ, ਆਮੀਨ ਨੂੰ ਛੱਡ ਕੇ ਸ੍ਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ। ਇਸੇ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਨੀਚ ਵਾਸਨਾ ਦੇ ਕੇ ਕੀਤਾ, ਕਿਉਂ ਜੋ ਉਹਨਾਂ ਦੀਆਂ ਨਜ਼ਰਾਂ ਅਤੇ ਆਪਣੇ ਸੁਭਾਵਕ ਕੰਮ ਉਹਨਾਂ ਨਾਲ ਵਟਾ ਦਿੱਤਾ, ਜਿਹੜਾ ਸੁਭਾਅ ਦੇ ਵਿਰੁੱਧ ਹੈ। ਇਸੇ ਤਰ੍ਹਾਂ ਨਰ ਨਾਰੀਆਂ ਨਾਲ ਵੀ ਸੁਭਾਵਕ ਕੰਮ ਛੱਡ ਕੇ ਆਪੋ ਵਿੱਚ ਆਪਣੀਆਂ ਕਾਮਨਾ ਵਿੱਚ ਸੜ ਗਏ ਅਤੇ ਨਰ ਨਾਰਾਂ ਨਾਲ ਮੁਕਾਲਕ ਕੰਮ ਕੀਤੇ ਅਤੇ ਆਪਣੇ ਆਪ ਆਪਣੀ ਭੁੱਲ ਦੇ ਯੋਗ ਫਲ ਭੋਗਿਆ। ਜਿਵੇਂ ਪਰਮੇਸ਼ਵਰ ਨੇ ਆਪਣੀ ਪਛਾਣ ਵਿੱਚ ਰੱਖਣਾ ਉਹਨਾਂ ਨੂੰ ਚੰਗਾ ਨਾ ਲੱਗੇ, ਉਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਮੰਦੀ ਬੁੱਧ ਦੇ ਵਸ ਕਰ ਦਿੱਤਾ, ਭਈ ਨਿਖਿੱਧ ਕੰਮ ਕਰਨ। ਉਹ ਹਰਾਮਕਾਰ ਅਤੇ ਕੁਧਰਮ ਅਤੇ ਬਦੀ, ਲੋਭ ਅਤੇ ਬੁਰਾਈ ਨਾਲ ਭਰੇ ਹੋਏ ਸਨ। ਖਾਰ, ਕਾਤ, ਝਗੜੇ,
ਛਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ। ਲਾਵੇ ਲੁਤੇਰੇ, ਨਿੰਦਕ, ਪਰਮੇਸ਼ਵਰ ਦੇ ਵੈਰੀ, ਧੱਕੇ ਖੋਰੇ, ਹਕਾਰੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਆਕਾਰ, ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ। ਅਤੇ ਉਹ ਪਰਮੇਸ਼ਵਰ ਦੀ ਵਿਧੀ ਦੇ ਜਾਣ ਕੇ ਭਾਈ ਇਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ। ਨਿਰੇ ਆਪ ਹੀ ਨਹੀਂ ਕਰਦੇ ਜੋ ਸਗੋਂ ਕਰਨ ਵਾਲਿਆਂ ਤੋਂ ਵੀ ਪ੍ਰਸੰਨ ਹੁੰਦੇ ਹਨ। ਦੂਜਾ ਬਾਪ। ਸੋ ਹੇ ਮਨੁੱਖ, ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈ, ਪਰ ਤੇਰੇ ਲਈ ਕੋਈ ਉਜ਼ਰ ਨਹੀਂ, ਕਿਉਂਕਿ ਜਿਹੜੀ ਗੱਲ ਤੂੰ ਦੂਜੇ ਵਿੱਚ ਤੇ ਦੋਸ਼ ਲਾਉਂਦਾ ਹੈ, ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ। ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਉਹ ਆਪ ਕੰਮ ਕਰਦਾ ਹੈ। ਅਸੀਂ ਜਾਣਦੇ ਹਾਂ ਭਈ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਵਰ ਦਾ ਦੰਡ ਯਥਾਰਥ ਹੈ। ਫਿਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈ ਅਤੇ ਉਹ ਕੰਮ ਆਪ ਕਰਦਾ ਹੈ, ਭਲਾ ਤੂੰ ਇਹ ਸਮਝਦਾ ਹੈ ਭਈ ਪਰਮੇਸ਼ਵਰ ਦੇ ਦੰਡ ਤੋਂ ਬਚ ਨਿਕਲੇਗਾ, ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਨੂੰ, ਦੌਲਤ ਨੂੰ ਤੁੱਛ ਜਾਣਦਾ ਹੈ ਅਤੇ ਇਹ ਨਹੀਂ ਸਮਝਦਾ ਜੋ ਪਰਮੇਸ਼ਵਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ, ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਦਾ ਕ੍ਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇ ਅਤੇ ਆਪਣੇ ਲਈ ਕ੍ਰੋਧ ਇਕੱਠਾ ਕਰੀ ਜਾਵੇ। ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਅਤੇ ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ, ਆਦਰ ਅਤੇ ਅਵਿਨਾਸ਼ ਨੂੰ ਪਾਲਦੇ ਹਨ, ਉਹ ਉਹਨਾਂ ਨੂੰ ਸੰਦੀਪਕ ਜੀਵਨ ਦੇਵੇਗਾ। ਪਰ ਜਿਹੜੇ ਆਕੀ ਹਨ, ਉਹ ਸੱਤ ਨੂੰ ਨਹੀਂ ਮੰਨਦੇ ਹਨ, ਸਗੋਂ ਕੁਧਰਮ ਨੂੰ ਮੰਨਦੇ ਹਨ। ਉਹਨਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ, ਬਿਪਤਾ ਦੇ ਕਸ਼ਟ ਅਤੇ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਫਿਰ ਯੂਨਾਨੀ ਉੱਤੇ। ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫਿਰ ਯੂਨਾਨੀ ਨੂੰ। ਪਰਮੇਸ਼ਵਰ ਦੇ ਹਜ਼ੂਰ ਤਾਂ ਕਿਸੇ ਦਾ ਪੱਖਪਾਤ ਨਹੀਂ ਹੁੰਦਾ, ਕਿਉਂਕਿ ਜਿਨ੍ਹਾਂ ਨੇ ਬਿਨਾਂ ਸ਼ਰ੍ਹਾ ਦੇ ਪਾਪ ਕੀਤੇ ਸੋ ਬਿਨਾਂ ਸ਼ਰ੍ਹਾ ਦੇ ਹੀ ਨਾਸ਼ ਭੋਗਣਗੇ, ਅਤੇ ਜਿਨ੍ਹਾਂ ਨੇ ਸ਼ਰ੍ਹਾ ਦੇ ਹੁੰਦਿਆਂ ਹੋਇਆਂ ਪਾਪ ਕੀਤੇ ਸੋ ਸ਼ਰ੍ਹਾ ਦੇ ਅਨੁਸਾਰ ਉਹਨਾਂ ਦਾ ਨਿਆਂ ਹੋਵੇਗਾ। ਇਸ ਲਈ ਜੋ ਸ਼ਰ੍ਹਾ ਦੇ ਸੁਣਨ ਵਾਲੇ ਪਰਮੇਸ਼ਵਰ ਦੇ ਭਾਣੇ ਦੇ ਧਰਮੀ ਨਹੀਂ ਹੁੰਦੇ, ਪਰ ਸ਼ਰ੍ਹਾ ਦੇ ਕੰਮ ਕਰਨ ਵਾਲੇ ਧਰਮੀ ਠਹਿਰਾਏ ਜਾਣਗੇ। ਜਦ ਪਰਾਈਆਂ ਕੌਮਾਂ ਦੇ ਜਿਹੜੀਆਂ ਸ਼ਰ੍ਹਾ ਦੇ ਹੀਨ ਹਨ, ਆਪਣੇ ਸੁਭਾਅ ਤੋਂ ਸ਼ਰ੍ਹਾ ਦੇ ਕੰਮ ਕਰਦੀਆਂ ਹਨ ਅਤੇ ਸ਼ਰ੍ਹਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਸ਼ਰ੍ਹਾ ਹਨ, ਸੋ ਸ਼ਰ੍ਹਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਹੈ ਅਤੇ ਵਿਖਾਲਦੀਆਂ ਹਨ। ਨਾਲੇ ਉਹਨਾਂ ਦਾ ਅੰਤਕਰਨ ਅਤੇ ਉਹ ਸਾਖੀ ਦਿੰਦਾ ਹੈ ਅਤੇ ਉਹਨਾਂ ਦੇ ਖਿਆਲ ਵਿੱਚ ਉਹਨਾਂ ਨੂੰ ਆਪੋ ਵਿੱਚ ਦੋਸ਼ ਅਤੇ ਅਥਵਾ ਦੋਸ਼ੀ ਠਹਿਰਾਉਂਦੇ ਹਨ। ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਨੂੰ ਨਿਆਂ ਕਰੇਗਾ। ਪਰ ਜਦੋਂ ਤੂੰ ਯਹੂਦੀ ਸਤਾਉਂਦਾ ਅਤੇ ਸ਼ਰ੍ਹਾ ਉੱਤੇ ਆਸਰਾ ਰੱਖਦਾ ਹੈ ਅਤੇ ਪਰਮੇਸ਼ਵਰ ਦੇ ਉੱਤੇ ਘਮੰਡ ਕਰਦਾ ਹੈ ਅਤੇ ਉਹਦੀ ਇੱਛਾ ਨੂੰ ਜਾਣਦਾ ਹੈ ਅਤੇ ਸ਼ਰ੍ਹਾ ਦੀ ਸਿੱਖਿਆ ਲੈ ਕੇ ਅਤੇ ਚੰਗੇ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹੈ ਅਤੇ ਤੈਨੂੰ ਪ੍ਰਤੀਤ ਹੈ ਭਈ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਅਤੇ ਗਿਆਨ ਦਾ ਸੱਤ ਅਤੇ ਸੱਤ ਦਾ ਸਰੂਪ ਜੋ ਸ਼ਰ੍ਹਾ ਵਿੱਚ ਮੇਰੇ ਕੋਲ ਹੈ, ਤਾਂ ਫਿਰ ਤੂੰ ਜਿਹੜਾ ਦੂਜੇ ਨੂੰ ਸਿਖਾਲਦਾ ਹੈ ਕਿ ਆਪਣੇ ਆਪ ਨੂੰ ਨਹੀਂ ਸਿਖਾਲਦਾ। ਤੂੰ ਜਿਹੜਾ ਉਪਦੇਸ਼ ਕਰਦਾ ਹੈ ਭਈ ਚੋਰੀ ਨਾ ਕਰਨੀ ਅਤੇ ਆਪ ਹੀ ਚੋਰੀ ਕਰਦਾ ਹੈ। ਤੂੰ ਜਿਹੜਾ ਆਖਦਾ ਹੈ ਭਈ ਜਨਾਹ ਨਾ ਕਰਨਾ ਕਿ ਆਪ ਹੀ ਜਨਾਹ ਕਰਦਾ ਹੈ। ਤੂੰ ਜਿਹੜਾ ਮੂਰਤੀਆਂ ਤੋਂ ਕਿਨ ਕਰਦਾ ਹੈ ਕਿ ਆਪੇ ਮੰਦਰਾਂ ਨੂੰ ਲੁੱਟਦਾ ਹੈ। ਤੂੰ ਜਿਹੜਾ ਸ਼ਰ੍ਹਾ ਉੱਤੇ ਘਮੰਡ ਕਰਦਾ ਹੈ ਕਿ ਤੂੰ ਸ਼ਰ੍ਹਾ ਦਾ ਉਲੰਘਣ ਕਰਕੇ ਪਰਮੇਸ਼ਵਰ ਦਾ ਅਪਮਾਨ ਕਰਦਾ ਹੈ। ਜਿਵੇਂ ਲਿਖਿਆ ਹੋਇਆ ਹੈ, ਪਰਾਈਆਂ ਕੌਮਾਂ ਦੇ ਲੋਕ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। ਸੁਨਤ ਤੋਂ ਲਾਭ ਤਾਂ ਹੈ ਜੇ ਤੁਸੀਂ ਸ਼ਰ੍ਹਾ ਉੱਤੇ ਤੁਰੇ, ਪਰ ਜਦ ਤੂੰ ਸ਼ਰ੍ਹਾ ਦਾ ਉਲੰਘਣ ਕਰਨ ਵਾਲਾ ਹੋਵੇਂ ਤਾਂ ਤੇਰੀ ਸੁਨਤ ਅਸੁਨਤ ਹੋ ਗਈ ਹੈ। ਉਪਰੰਤ ਜੇ ਤੇਰੀ ਅਸੁਨਤੀ ਲੋਕ ਸ਼ਰ੍ਹਾ ਦੀਆਂ ਵਿਧੀਆਂ ਦੀ ਪਾਲਣਾ ਕਰਨ ਤਾਂ ਕੀ ਉਹਨਾਂ ਦੀ ਸੁਨਤ ਨਾ ਗਿਣੀ ਜਾਵੇਗੀ? ਅਤੇ ਜਿਹੜੇ ਸੁਭਾਅ ਤੋਂ ਸੁਨਤੀ ਹਨ ਅਤੇ ਉਹ ਸ਼ਰ੍ਹਾ ਵਿੱਚ ਸ਼ਰ੍ਹਾ ਨੂੰ ਪੂਰੀ ਕਰਨ, ਤਾਂ ਉਹ ਜਿਹੜਾ ਤੁਹਾਨੂੰ ਲਿਖਤਾਂ ਅਤੇ ਸੁਨਤ ਦੇ ਸੱਦੇ ਹੁੰਦੇ ਸ਼ਰ੍ਹਾ ਦਾ ਉਲੰਘਣ ਕਰਨ ਵਾਲਾ ਹੈ, ਦੋਸ਼ੀ ਨਾ ਠਹਿਰਾਉਣਗੇ, ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਦਾ ਮਾਤਰ ਹੈ ਅਤੇ ਨਾ ਉਹ ਸੁਨਤ ਹੈ ਜਿਹੜੀ ਮਾਸ ਦੇ ਵਿਖਾਵੇ ਹੈ ਅਤੇ ਮਾਤਰ ਹੈ। ਸਗੋਂ ਯਹੂਦੀ ਉਹ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁਨਤ ਉਹ ਹੈ
ਜਿਹੜੀ ਮਨ ਦੀ ਹੋਵੇ, ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ, ਜਿਹੜੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ਵਰ ਵੱਲੋਂ ਹੁੰਦੀ ਹੈ। ਤੀਜਾ ਬਾਬ। ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ, ਹਰ ਪ੍ਰਕਾਰ ਕਰਕੇ ਬਹੁਤ ਪਹਿਲੋਂ ਤਾਂ ਇਹੋ ਜਿਹੇ ਪਰਮੇਸ਼ਵਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ। ਫਿਰ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ? ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਵਰ ਦੀ ਵਫਾਦਾਰੀ ਨੂੰ ਅਵਿਰਥਾ ਕਰ ਸਕਦੀ ਹੈ? ਕਦੇ ਨਹੀਂ। ਸਗੋਂ ਪਰਮੇਸ਼ਵਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ, ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਉਂ ਵਿੱਚ ਜਿੱਤ ਲਵੇਂ। ਪਰ ਜੇ ਸਾਡਾ ਕੁਧਰਮ ਪਰਮੇਸ਼ਵਰ ਦੇ ਧਰਮ ਨੂੰ ਪ੍ਰਗਟ ਕਰਦਾ ਹੈ ਤਾਂ ਕੀ ਆਖੀਏ? ਭਲਾ ਪਰਮੇਸ਼ਵਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈ? ਕਦੇ ਨਹੀਂ। ਤਾਂ ਫਿਰ ਪਰਮੇਸ਼ਵਰ ਜਗਤ ਦਾ ਨਿਉਂ ਕਿਵੇਂ ਕਰੇਗਾ? ਪਰ ਜੇ ਪਰਮੇਸ਼ਵਰ ਦਾ ਸੱਤ ਮੇਰੇ ਕੁਸਤ ਕਰਕੇ ਉਹਦੀ ਵਡਿਆਈ ਦਾ ਵਾਫਰ ਹੈ, ਤਾਂ ਕਾਹਨੂੰ ਮੈਂ ਅਜੇ ਤਿੱਕਰ ਪਾਪੀ ਵਾਂਗੂ ਦੋਸ਼ੀ ਠਹਿਰਾਇਆ ਜਾਂਦਾ ਹਾਂ? ਅਤੇ ਇਹ ਕਿਉਂ ਨਹੀਂ ਬੋਲੀਏ ਜਿਵੇਂ ਸਾਡੇ ਉੱਤੇ ਇਹ ਉਜਲਾਈ ਜਾਂਦੀ ਹੈ, ਔਰ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਰਦੇ ਹਾਂ ਅਤੇ ਆਓ ਬੁਰਾਈ ਕਰੀਏ ਭਈ ਇਸ ਤੋਂ ਭਲਾਈ ਨਿਕਲੇ। ਸੋ ਇਹੋ ਜਿਹੀਆਂ ਗੱਲਾਂ ਉੱਤੇ ਅਸੀਂ ਦੰਡ ਦੀ ਆਗਿਆ ਯਥਾਰਥ ਹੈ। ਤਾਂ ਫਿਰ ਕੀ ਭਲਾ ਅਸੀਂ ਉਹਨਾਂ ਨਾਲੋਂ ਚੰਗੇ ਹਾਂ? ਰਤਾ ਵੀ ਨਹੀਂ। ਕਿਉਂ ਜੋ ਅਸੀਂ ਤਾਂ ਅੱਗੇ ਹੀ ਆਖ ਬੈਠੇ ਹਾਂ, ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਹੇਠ ਹਨ। ਜਿਵੇਂ ਲਿਖਿਆ ਹੋਇਆ ਹੈ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਵਰ ਦਾ ਤਾਲਿਬ ਨਹੀਂ, ਸਭ ਕੁਰਾਹੇ ਪੈ ਗਏ। ਉਹ ਸਾਰੇ ਦੇ ਸਾਰੇ ਨਿਕੰਮੇ ਹੋਏ ਹਨ। ਕਿਉਂ ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਉਹਨਾਂ ਦਾ ਸੰਗ ਖੁੱਲ੍ਹ ਗਈ ਅਤੇ ਕਬਰ ਹੈ। ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ ਕੀਤਾ ਅਤੇ ਉਹਨਾਂ ਦੇ ਬੁੱਲ੍ਹਾਂ ਹੇਠ ਜ਼ਹਿਰੀ ਸੱਪ ਦੀ ਵਿਸ ਹੈ ਅਤੇ ਉਹਦਾ ਸੁੱਖ ਸਰਾਪ ਹੈ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਪੈਰ ਲਹੂ ਵਹਾਉਣ ਲਈ ਚਾਲਕ ਹਨ ਅਤੇ ਉਹਨਾਂ ਦੇ ਰਾਹ ਵਿੱਚ ਨਾਸ਼ ਅਤੇ ਬਿਪਤਾ ਹੈ ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ। ਉਹਨਾਂ ਦੀਆਂ ਅੱਖੀਆਂ ਦੇ ਅੱਗੇ ਪਰਮੇਸ਼ਵਰ ਦਾ ਭੈ ਹੈ ਨਹੀਂ। ਹੁਣ ਜੇ ਅਸੀਂ ਜਾਣਦੇ ਹਾਂ ਭਈ ਸ਼ਰ੍ਹਾ ਜੋ ਕੁਝ ਆਖਦੀ ਹੈ ਸੋ ਸ਼ਰ੍ਹਾ ਵਾਲਿਆਂ ਨੂੰ ਆਖਦੀ ਹੈ, ਅਤੇ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਵਰ ਦੇ ਨਿਆਂ ਹੇਠ ਆ ਜਾਵੇ, ਇਸ ਲਈ ਜੋ ਉਸ ਦੇ ਅੱਗੇ ਸ਼ਰ੍ਹਾ ਦੇ ਕਰਮਾਂ ਤੋਂ ਕੋਈ ਸਰੀਰ ਵੀ ਨਹੀਂ ਧਰਮੀ ਠਹਿਰੇਗਾ, ਕਿਉਂ ਜੋ ਸ਼ਰ੍ਹਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ। ਪਰ ਹੁਣ ਸ਼ਰ੍ਹਾ ਬਾਝੋਂ ਪਰਮੇਸ਼ਵਰ ਦਾ ਧਰਮ ਪ੍ਰਗਟ ਹੋਇਆ ਅਤੇ ਸ਼ਰ੍ਹਾ ਅਤੇ ਨਬੀ ਉਹਦੀ ਸਾਖੀ ਦਿੰਦੇ ਹਨ, ਅਰਥਾਤ ਪਰਮੇਸ਼ਵਰ ਦਾ ਉਹ ਧਰਮੀ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ। ਇਹ ਉਹਨਾਂ ਸਭਨਾਂ ਗੱਲਾਂ ਦੇ ਲਈ ਹੈ ਜਿਹੜੇ ਨਿਹਚਾ ਕਰਦੇ ਹਨ ਅਤੇ ਜੋ ਕੁਝ ਇਸ ਦੇ ਭਿੰਨ ਨਹੀਂ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਵਰ ਦੇ ਪ੍ਰਤਾਪ ਤੋਂ ਰਹਿ ਗਏ। ਸੋ ਕਿਰਪਾ ਉਹਦੀ ਦੇ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਯਿਸੂ ਮਸੀਹ ਤੋਂ ਹੁੰਦਾ ਹੈ, ਉਹ ਮੁਕਤ ਧਰਮੀ ਗਿਣੇ ਜਾਂਦੇ ਹਨ, ਜਿਹਨੂੰ ਪਰਮੇਸ਼ਵਰ ਨੇ ਉਹਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਸ਼ਾਸਿਤ ਹੁੰਦਾ ਹੈ, ਤਾਂ ਜੋ ਪਰਮੇਸ਼ਵਰ ਆਪਣੇ ਧਰਮ ਨੂੰ ਪ੍ਰਗਟ ਕਰੇ। ਇਸ ਲਈ ਜੋ ਉਹ ਆਪਣੀ ਖਿਮਾ ਨਾਲ ਪਿਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ, ਹਾਂ ਇਸ ਵਰਤਮਾਨ ਸਮੇਂ ਵਿੱਚ ਵੀ ਅਸੀਂ ਆਪਣੇ ਧਰਮ ਨੂੰ ਪ੍ਰਗਟ ਕਰੇ, ਤਾਂ ਜੋ ਉਹ ਆਪ ਧਰਮੀ ਠਹਿਰੇ ਅਤੇ ਨਾਲੇ ਉਹ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ। ਸੋ ਹੁਣ ਕਮੰਡ ਕਿੱਥੇ? ਤਾਂ ਉਹ ਰਹਿ ਗਿਆ ਕਿਹੋ ਜਿਹੀ ਬਿਧ ਨਾਲ, ਭਲਾ ਕਰਮਾਂ ਦੀ ਨਹੀਂ ਸਗੋਂ ਨਿਹਚਾ ਦੀ ਬਿਧੀ ਨਾਲ। ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰ੍ਹਾ ਦੇ ਕਰਮਾਂ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ, ਅਥਵਾ ਪਰਮੇਸ਼ਵਰ ਨਿਰਾ ਯਹੂਦੀਆਂ ਦਾ ਅਤੇ ਪਰਾਈਆਂ ਕੌਮਾਂ ਦਾ ਨਹੀਂ। ਆਹੋ ਪਰਾਈਆਂ ਕੌਮਾਂ ਦਾ ਵੀ ਹੈ, ਕਿਉਂ ਜੋ ਪਰਮੇਸ਼ਵਰ ਇੱਕੋ ਹੈ ਜਿਹੜਾ ਸੁਣਤੀਆਂ ਨੂੰ ਨਿਹਚਾ ਤੋਂ ਅਤੇ ਅਸੁਣਤੀਆਂ ਨੂੰ ਨਿਹਚਾ ਦੇ ਹੀ ਕਾਰਨ ਧਰਮੀ ਠਹਿਰਾਵੇਗਾ। ਉਪਰੰਤ ਕੀ ਅਸੀਂ ਸ਼ਰ੍ਹਾ ਨੂੰ ਨਿਹਚਾ ਦੇ ਕਾਰਨ ਅਵਿਰਥਾ ਕਰਦੇ ਹਾਂ? ਕਦੇ ਨਹੀਂ, ਸਗੋਂ ਸ਼ਰ੍ਹਾ ਨੂੰ ਕਾਇਮ ਰੱਖਦੇ ਹਾਂ। ਚੌਥਾ ਬਾਬ। ਫਿਰ ਅਸੀਂ ਕੀ ਆਖੀਏ? ਜੋ ਸਾਡੇ ਸਰੀਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ? ਕਿਉਂਕਿ ਜੇ ਅਬਰਾਹਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹਨੂੰ ਕਮੰਡ ਦੀ ਥਾਂ ਪਰੰਤੂ ਪਰਮੇਸ਼ਵਰ ਦੇ ਅੱਗੇ ਨਹੀਂ, ਕਿਉਂ ਜੋ ਉਹ ਧਰਮ ਦੀ ਪੁਸਤਕ ਕਹਿੰਦਾ ਹੈ, ਜੋ ਇਹ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਉਹਦੇ ਲਈ ਇਹ ਧਰਮੀ ਗਿਣੀ ਗਈ। ਸੋ ਹੁਣ ਜਿਹੜਾ ਇਹ ਕੰਮ ਕਰਦਾ ਹੈ ਉਹਦੀ ਮਜ਼ਦੂਰੀ ਦੀ ਬਖਸ਼ਿਸ਼ ਨਹੀਂ ਸਗੋਂ ਹੱਕ ਗਿਣਦੀ ਹੈ। ਪਰ ਜਿਹੜਾ ਇਹ ਕੰਮ ਨਾ ਕਰਕੇ ਉਸ ਉੱਤੇ ਨਿਹਚਾ ਕਰਦਾ ਹੈ, ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਹਦੀ ਨਿਹਚਾ ਧਰਮ ਗਿਣਦੀ ਹੈ। ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ ਜਿਹਦੇ ਲਈ ਪਰਮੇਸ਼ਵਰ ਨੇ ਕਰਨੀਆਂ ਦੇ ਬਾਝੋਂ ਧਰਮ ਗਿਣ ਲੈਂਦਾ ਹੈ।
ਧੰਨ ਹਨ ਉਹ ਜਿਨ੍ਹਾਂ ਦੇ ਪਾਪ ਖਿਮਾ ਹੋ ਗਏ ਅਤੇ ਜਿਨ੍ਹਾਂ ਦੇ ਪਾਪ ਢੱਕੇ ਹੋਏ ਹਨ। ਧੰਨ ਹੈ ਉਹ ਪੁਰਖ ਜਿਹਦੇ ਲੇਖੇ ਵਿੱਚ ਪ੍ਰਭੂ ਦਾ ਪਾਪ ਨਾ ਗਿਣੇਗਾ। ਉਪਰੰਤ ਇਹ ਧੰਨ ਹੋਣਾ ਕੀ ਸੁਣਤੀਆਂ ਦੇ ਲਈ ਅਥਵਾ ਅਸੁਣਤੀਆਂ ਦੇ ਲਈ ਹੈ, ਕਿਉਂ ਜੋ ਅਸੀਂ ਆਖਦੇ ਹਾਂ ਭਾਈ ਅਬਰਾਹਾਮ ਦੇ ਲਈ ਨੇਚਾ ਧਰਮੀ ਗਿਣੀ ਗਈ ਸੀ। ਫਿਰ ਕਿਹੜੇ ਹਾਲ ਵਿੱਚ ਗਿਣੀ ਗਈ ਸੀ? ਜਦੋਂ ਸੁਣਤੀ ਸੀ ਅਥਵਾ ਅਸੁਣਤੀ? ਸੁਣਤ ਦੇ ਹਾਲ ਵਿੱਚ ਨਹੀਂ, ਸਗੋਂ ਅਸੁਣਤ ਦੇ ਹਾਲ ਵਿੱਚ। ਅਤੇ ਉਹਨੇ ਸੁਣਤ ਦੀ ਨਿਸ਼ਾਨੀ ਪਾਈ ਭਾਈ ਇਹ ਉਹਦੇ ਧਰਮ ਦੀ ਮੋਹਰ ਹੋਵੇ ਜਿਹੜਾ ਅਸੁਣਤ ਦੇ ਹਾਲ ਵਿੱਚ ਉਹਦੀ ਨੇਚਾ ਤੋਂ ਹੋਇਆ ਸੀ, ਤਾਂ ਜੋ ਉਹਨਾਂ ਸਭਨਾਂ ਦਾ ਪਿਤਾ ਹੋਵੇ ਜਿਹੜੇ ਨੇਚਾ ਕਰਦੇ ਹਨ ਭਾਵੇਂ ਅਸੁਣਤੀ ਹੋਣ, ਇਸ ਲਈ ਜੋ ਉਹਨਾਂ ਦੇ ਲੇਖੇ ਵਿੱਚ ਧਰਮੀ ਗਿਣਿਆ ਜਾਵੇ। ਅਤੇ ਜਿਹੜੇ ਅਸੁਣਤੀਆਂ ਨਾਲ ਦਾ ਪਿਤਾ ਹੋਵੇ, ਨਾ ਉਹਨਾਂ ਦੇ ਨਿਰੇ ਜੋ ਸੁਣਤੀ ਹਨ, ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੀ ਉਸ ਨੇਚਾ ਦੀ ਚਾਲ ਚੱਲਦੇ ਹਨ, ਜਿਹਨੂੰ ਉਹ ਅਸੁਣਤ ਨਾਲ ਹਾਲ ਵਿੱਚ ਰੱਖਦਾ ਹੈ, ਕਿਉਂ ਜੋ ਉਹ ਵਚਨ ਭਾਈ ਤੂੰ ਜਗਤ ਦਾ ਅਧਿਕਾਰੀ ਹੋਵੇਗਾ ਅਬਰਾਹਾਮ ਅਥਵਾ ਉਹਦੀ ਵੰਸ਼ ਨਾਲ ਸ਼ਰ੍ਹਾ ਦੇ ਰਾਹੀਂ ਨਹੀਂ ਹੋਇਆ, ਸਗੋਂ ਉਸ ਧਰਮ ਦੇ ਰਾਹੀਂ ਜਿਹੜਾ ਨੇਚਾ ਤੋਂ ਹੁੰਦਾ ਹੈ। ਪਰ ਜੇ ਸ਼ਰ੍ਹਾ ਵਾਲੇ ਅਧਿਕਾਰੀ ਹਨ ਤਾਂ ਨੇਚਾ ਨਿਸਫਲ ਉਹ ਕਰਾਰ ਅਕਾਰਤ ਹੋਇਆ, ਕਿਉਂ ਜੋ ਸ਼ਰ੍ਹਾ ਕ੍ਰੋਧ ਦਾ ਕਾਰਨ ਹੁੰਦੀ ਹੈ ਅਤੇ ਜਿੱਥੇ ਸ਼ਰ੍ਹਾ ਨਹੀਂ ਉੱਥੇ ਉਲੰਘਣ ਵੀ ਨਹੀਂ। ਇਸ ਕਰਕੇ ਨੇਚਾ ਤੋਂ ਹੋਇਆ ਭਾਈ ਕਿਰਪਾ ਦੇ ਅਨੁਸਾਰ ਠਹਿਰੇ ਅਤੇ ਇਸ ਦੇ ਲਈ ਜੋ ਕਰਾਰ ਸਾਰੀ ਅੰਸ਼ ਦੇ ਲਈ ਪੱਕਾ ਰਹੇ, ਨਿਰਾ ਉਸ ਦੀ ਅੰਸ਼ ਦੇ ਲਈ ਨਹੀਂ ਜਿਹੜੀ ਸ਼ਰ੍ਹਾ ਵਾਲੀ ਹੈ, ਪਰੰਤੂ ਉਹਦੇ ਲਈ ਵੀ ਜਿਹੜੀ ਅਬਰਾਹਾਮ ਜਿਹੀ ਨੇਚਾ ਰੱਖਦੀ ਹੈ। ਅਸਾਂ ਸਭਨਾਂ ਦਾ ਪਿਤਾ ਹੈ, ਜਿਵੇਂ ਲਿਖਿਆ ਹੋਇਆ ਹੈ, ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ, ਅਰਥਾਤ ਉਸ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਿਹਦੀ ਉਸਨੇ ਪ੍ਰਤੀਤ ਕੀਤੀ, ਜਿਹੜਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਹਨਾਂ ਅਨਹੋਨੀਆਂ ਵਸਤਾਂ ਨੂੰ ਇਉਂ ਸੱਦਦਾ ਹੈ ਭਈ ਜਾਣੋ ਉਹ ਸਨਮੁਖ ਹਨ। ਨਿਰਾਸ਼ਾ ਵਿੱਚ ਆਸ ਨਾਲ ਉਸਨੇ ਪ੍ਰਤੀਤ ਕੀਤੀ ਭਈ ਉਸ ਵਾਕ ਦੇ ਅਨੁਸਾਰ ਤੇਰੀ ਅੰਸ਼ ਇਉਂ ਹੋਵੇਗੀ, ਉਹ ਬਾਹਲੀਆਂ ਕੌਮਾਂ ਦਾ ਪਿਤਾ ਹੋਵੇ ਅਤੇ ਨੇਚਾ ਵਿੱਚ ਉਹ ਢਿੱਲਾ ਨਾ ਹੋਇਆ, ਭਾਵੇਂ ਉਹ 100 ਕੁ ਵਰ੍ਹਿਆਂ ਦਾ ਹੋ ਗਿਆ। ਜਦੋਂ ਉਸਨੇ ਧਿਆਨ ਕੀਤਾ ਭਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਅਤੇ ਸਾਰਾ ਦੀ ਕੁੱਖ ਨਾਲ ਸੋਕਾ ਲੱਗ ਗਿਆ ਹੈ, ਪਰੰਤੂ ਪਰਮੇਸ਼ਵਰ ਦੇ ਵਚਨ ਦੀ ਵੱਲੋਂ ਉਹਨੇ ਬੇਪ੍ਰਤੀਤ ਨਾਲ ਸ਼ੰਕਾ ਨਾ ਕੀਤੀ, ਸਗੋਂ ਨੇਚਾ ਵਿੱਚ ਤਕੜਿਆ ਹੋ ਕੇ ਉਹਨੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਉਹਨੂੰ ਪੱਕੀ ਨੇਚਾ ਸੀ ਭਾਈ ਜਿਹਦਾ ਉਸਨੇ ਵਚਨ ਕੀਤਾ ਹੈ ਉਸ ਦੇ ਪੂਰਾ ਕਰਨ ਦੀ ਸਮਰਥ ਹੈ। ਇਸ ਕਰਕੇ ਇਹ ਉਹਦੇ ਲਈ ਧਰਮ ਵੀ ਗਿਣੀ ਗਈ। ਇਹ ਗੱਲ ਭਾਈ ਉਹਦੇ ਲਈ ਗਿਣੀ ਗਈ, ਨਿਰੀ ਉਹਦੇ ਨਿਮਿਤ ਨਹੀਂ ਲਿਖੀ ਗਈ, ਸਗੋਂ ਸਾਡੇ ਨਿਮਿਤ ਵੀ ਜਿਨ੍ਹਾਂ ਲਈ ਗਿਣੀ ਜਾਵੇਗੀ, ਅਰਥਾਤ ਸਾਡੇ ਲਈ ਜਿਹੜੇ ਉਸ ਉੱਤੇ ਨੇਚਾ ਕਰਦੇ ਹਾਂ, ਜਿਨ੍ਹੇ ਯਿਸੂ ਮਸੀਹ ਸਾਡੇ ਪ੍ਰਭੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ। 5ਵਾਂ ਬਾਬ। ਸੋ ਜਦੋਂ ਅਸੀਂ ਨੇਚਾ ਦੇ ਨਾਲ ਧਰਮੀ ਠਹਿਰਾਏ ਗਏ ਹਾਂ ਤਾਂ ਇਸੇ ਲਈ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਵਰ ਦੇ ਵੱਲੋਂ ਸ਼ਾਂਤੀ ਰੱਖੀਏ, ਜਿਹਦੇ ਰਾਹੀਂ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਅਪੜੇ ਜਿਹਦੀ ਉੱਤੇ ਉਹ ਖਲੋਤੇ ਹਾਂ ਅਤੇ ਪਰਮੇਸ਼ਵਰ ਦੇ ਪ੍ਰਤਾਪ ਦੀ ਆਸ ਉੱਤੇ ਅਭਿਮਾਨ ਕਰੀਏ। ਨਿਰਾ ਇਹੋ ਨਹੀਂ, ਸਗੋਂ ਬਿਪਤਾ ਵਿੱਚ ਵੀ ਅਭਿਮਾਨ ਕਰੀਏ, ਕਿਉਂ ਜੋ ਅਸੀਂ ਇਹ ਜਾਣਦੇ ਹਾਂ ਭਾਈ ਬਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ ਅਤੇ ਆਸ ਨਾਲ ਸ਼ਰਮਿੰਦਿਆ ਨਾ ਕਰਦੀ ਹੈ। ਅਤੇ ਇਸ ਲਈ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਹੈ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ। ਜਦੋਂ ਅਸੀਂ ਨਿਰਬਲ ਸੀ ਤਦੋਂ ਮਸੀਹ ਵੇਲੇ ਸਿਰ ਕੁਧਰਮੀਆਂ ਦੇ ਲਈ ਮੋਇਆ, ਅਤੇ ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ। ਪਰੰਤੂ ਪਰਮੇਸ਼ਵਰ ਆਪਣਾ ਪ੍ਰੇਮ ਸਾਡੇ ਤੇ ਇਉਂ ਪ੍ਰਗਟ ਕੀਤਾ ਭਈ ਜਦ ਅਸੀਂ ਪਾਪੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਜਦੋਂ ਅਸੀਂ ਹੁਣ ਉਹਦੇ ਲਹੂ ਦੇ ਨਾਲ ਧਰਮੀ ਠਹਿਰਾਏ ਗਏ ਹਾਂ, ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਦੇ ਕ੍ਰੋਧ ਤੋਂ ਬਚ ਜਾਵਾਂਗੇ, ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਵਰ ਨਾਲ ਉਹਦੇ ਪੁੱਤਰ ਦੇ ਮੌਤ ਦੇ ਵਸੀਲੇ ਮਿਲਾਏ ਗਏ ਹਾਂ ਤਾਂ ਮਿਲਾਏ ਜਾ ਕੇ ਅਸੀਂ ਇਸ ਤੇ ਬਹੁਤ ਵੱਧ ਕੇ ਉਹਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ। ਅਤੇ ਨਿਰਾ ਇਹੋ ਨਹੀਂ, ਸਗੋਂ ਅਸੀਂ ਪਰਮੇਸ਼ਵਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ, ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਹਾਂ, ਅਭਿਮਾਨ ਕਰਦੇ ਹਾਂ। ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਮੌਤ ਤੋਂ ਸਭਨਾਂ ਮਨੁੱਖਾਂ ਵਿੱਚ ਫੈਲ ਗਈ, ਅਤੇ ਇਸ ਲਈ ਜੋ ਸਭਨਾਂ ਨੇ ਪਾਪ ਕੀਤਾ ਅਤੇ ਸ਼ਰ੍ਹਾ ਦੇ ਸਮੇਂ ਤੀਕਰ
ਪਾਪ ਸੰਸਾਰ ਵਿੱਚ ਹੈ ਸੀ ਅਤੇ ਜਿੱਥੇ ਸ਼ਰ੍ਹਾ ਨਹੀਂ ਉੱਥੇ ਪਾਪ ਦਾ ਲੇਖਾ ਵੀ ਨਹੀਂ ਹੁੰਦਾ। ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਹਨਾਂ ਉੱਤੇ ਇਸ ਤਰ੍ਹਾਂ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ ਅਤੇ ਆਦਮ ਆਉਣ ਦੇ ਨਾਲ ਨਮੂਨਾ ਸੀ। ਪਰ ਇਉਂ ਨਹੀਂ ਭਾਈ ਜਿਹਾ ਅਪਰਾਧ ਹੋਇਆ ਤੇ ਹੀ ਬਖਸ਼ਿਸ਼ ਵੀ ਹੋਵੇ, ਕਿਉਂਕਿ ਜਦ ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ਵਰ ਦੀ ਕਿਰਪਾ ਅਤੇ ਉਸ ਬਖਸ਼ਿਸ਼ ਜਿਹੜੀ ਮਨੁੱਖ ਅਰਥਾਤ ਯਿਸੂ ਮਸੀਹ ਦੇ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਵਾਫਰ ਪ੍ਰਗਟ ਹੋਈ। ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ ਅਤੇ ਤਿਵੇਂ ਹੀ ਬਖਸ਼ਿਸ਼ ਦਾ ਹਾਲ ਨਹੀਂ, ਸਗੋਂ ਇੱਕ ਜਣੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ ਅਤੇ ਉਸ ਬਖਸ਼ਿਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ। ਜਦੋਂ ਉਸ ਨੇ ਇੱਕ ਅਪਰਾਧ ਕਰਕੇ ਅਤੇ ਉਸ ਦੇ ਇੱਕ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੇਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖਸ਼ਿਸ਼ ਵਾਫਰ ਮਿਲੀ ਹੈ ਉਹਨੂੰ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ। ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ, ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫੀ ਅਤੇ ਜੀਵਨ ਮਿਲਿਆ, ਕਿਉਂਕਿ ਜਿਵੇਂ ਉਹ ਇੱਕ ਮਨੁੱਖ ਅਨਾਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ, ਤਿਵੇਂ ਹੀ ਇਸ ਇੱਕ ਆਗਿਆਕਾਰੀ ਦੇ ਕਾਰਨ ਬਹੁਤ ਧਰਮੀ ਠਹਿਰਾਏ ਜਾਣਗੇ। ਨਾਲੇ ਸ਼ਰ੍ਹਾ ਵੀ ਆਈ ਭਾਈ ਅਪਰਾਧ ਬਾਲਾ ਹੋਵੇ, ਪਰ ਜਿੱਥੇ ਪਾਪ ਬਾਲਾ ਹੋਇਆ ਉੱਥੇ ਕਿਰਪਾ ਅਤ ਵਧੀਕ ਹੋਈ, ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਵੀ ਯਿਸੂ ਮਸੀਹ ਨਾਲ ਸਾਡੇ ਪ੍ਰਭੂ ਦੇ ਵਸੀਲੇ ਨਾਲ ਸੰਦੀਪਕ ਜੀਵਨ ਦੇ ਲਈ ਧਰਮ ਦੇ ਰਾਹੀਂ ਰਾਜ ਕਰੇ। 6ਵਾਂ ਬਾਬ। ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਵਿੱਚ ਲੱਗੇ ਰਹੀਏ ਭਾਈ ਕਿਰਪਾ ਬਾਲੀ ਹੋਵੇ? ਕਦੇ ਨਹੀਂ। ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਹੁਣ ਅਗਾਹਾਂ ਨੂੰ ਉਸ ਵਿੱਚ ਕੀਕਰ ਜੀਵਨ ਕੱਟੀਏ, ਅਥਵਾ ਇਸ ਗੱਲ ਤੋਂ ਜਾਣ ਰਹੋ ਭਾਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਹੈ ਉਹਦੀ ਮੌਤ ਦਾ ਬਪਤਿਸਮਾ ਲਿਆ। ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਸ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਯਿਸੂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਸਿਰਿਓਂ ਜੀਵਨ ਦੇ ਰਾਹ ਚੱਲੀਏ। ਜਦੋਂ ਅਸੀਂ ਉਹਦੀ ਮੌਤ ਦੀ ਸਮਾਨਤਾ ਵਿੱਚ ਉਹਦੇ ਨਾਲ ਜੋੜੇ ਗਏ ਤਾਂ ਉਹਦੇ ਜੀ ਉੱਠਣ ਦੀ ਸਮਾਨਤਾ ਵਿੱਚ ਹੋਵਾਂਗੇ, ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਦੇ ਉਹਦੇ ਨਾਲ ਸਰੀਰ ਉੱਤੇ ਚੜਾਈ ਗਈ ਭਈ ਹਾਂ ਪਾਪ ਸਰੀਰ ਦਾ ਨਸ਼ਟ ਹੋ ਜਾਵੇ ਅਤੇ ਅਗਾਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ, ਕਿਉਂਕਿ ਜਿਹੜਾ ਮੋਇਆ ਹੈ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ। ਪਰੰਤੂ ਜੋ ਅਸੀਂ ਮਸੀਹ ਦੇ ਨਾਲ ਮੋਏ ਹਾਂ ਤਾਂ ਸਾਨੂੰ ਨਿਸ਼ਚਾ ਹੈ ਜੋ ਉਹਦੇ ਨਾਲ ਜੀਵਾਂਗੇ, ਕਿਉਂ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਫੇਰ ਨਹੀਂ ਮਰਦਾ। ਅਗਾਹਾਂ ਨੂੰ ਮੌਤ ਦਾ ਉਸ ਉੱਤੇ ਕੋਈ ਵਸ ਨਹੀਂ। ਜਿਹੜੀ ਮੌਤ ਉਸ ਨੂੰ ਮੋਇਆ ਉਹ ਉਹਦੇ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜੀਂਦਾ ਹੈ ਉਹ ਪਰਮੇਸ਼ਵਰ ਦੇ ਕਾਰਨ ਜੀਂਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਸਮਝੋ। ਉਪਰੰਤ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਆਪਣੇ ਬੁਰਿਆਂ ਵਿਸ਼ਿਆਂ ਦੇ ਅਧੀਨ ਹੋਵੋ ਅਤੇ ਆਪਣੇ ਇੱਕ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ, ਕਿਉਂ ਜੋ ਤੁਹਾਡੇ ਉੱਤੇ ਪਾਪ ਦੀ ਵਾਹ ਨਾ ਚੱਲੇਗੀ ਅਤੇ ਇਸ ਲਈ ਜੋ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹੋ। ਤਾਂ ਫੇਰ ਕੀ ਅਸੀਂ ਪਾਪ ਕਰੀਏ ਇਸ ਲਈ ਜੋ ਸ਼ਰ੍ਹਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹਾਂ? ਕਦੇ ਨਹੀਂ। ਭਲਾ ਤੁਸੀਂ ਨਹੀਂ ਜਾਣਦੇ ਭਈ ਆਗਿਆ ਮੰਨਣ ਦੇ ਲਈ ਜਿਹਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ, ਤੁਸੀਂ ਉਹਦੇ ਦਾਸ ਹੋ ਜਿਹਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ ਭਾਵੇਂ ਧਰਮ ਲਈ ਆਗਿਆਕਾਰੀ ਦੇ। ਪਰ ਧੰਨਵਾਦ ਹੈ ਪਰਮੇਸ਼ਵਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਹੋ ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਟਾਲੇ ਗਏ ਤੁਸੀਂ ਮਨੋਂ ਉਹਦੇ ਆਗਿਆਕਾਰ ਹੋ ਗਏ ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਰਮ ਦੇ ਦਾਸ ਬਣ ਗਏ। ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਨੁੱਖਾਂ ਵਾਲੀ ਗੱਲ ਕਰਦਾ ਹਾਂ। ਸੋ ਜਿਵੇਂ ਤੁਸੀਂ ਆਪਣੇ ਅੰਗ ਗੰਦਮੰਦ ਅਤੇ ਕੁਧਰਮ ਸਗੋਂ ਕੁਧਰਮ ਦੀ ਗੁਲਾਮੀ ਨੂੰ ਸੌਂਪ ਦਿੱਤੇ, ਤਿਵੇਂ ਹੀ ਤੁਸੀਂ ਆਪਣੇ ਅੰਗ ਧਰਮ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਦੇ ਲਈ ਸੌਂਪ ਦਿਓ। ਜਦ ਤੁਸੀਂ ਪਾਪ ਦੇ ਦਾਸ ਹੋ ਤਾਂ ਧਰਮ ਤੋਂ ਆਜ਼ਾਦ ਹੋ। ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਲੱਜਿਆ ਆਉਂਦੀ ਹੈ, ਕਿਉਂ ਜੋ ਉਹਨਾਂ ਦਾ ਔੜਕ ਮੌਤ ਹੈ। ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਵਰ ਦੇ ਦਾਸ ਬਣ ਕੇ
ਪਵਿੱਤਰਤਾਈ ਦੇ ਲਈ ਆਪਣਾ ਫਲ ਔੜਕ ਨੂੰ ਸੰਦੀਪਕ ਜੀਵਨ ਪਾਓਗੇ। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਸਾਡੇ ਮਸੀਹ ਯਿਸੂ ਵਿੱਚ ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ। 7ਵਾਂ ਬਾਬ। ਹੇ ਪ੍ਰਭੂ, ਕੀ ਤੁਸੀਂ ਇੱਕ ਗੱਲ ਤੋਂ ਅਣਜਾਣ ਹੋ? ਕਿਉਂ ਜੋ ਮੈਂ ਉਹਨਾਂ ਨਾਲ ਬੋਲਦਾ ਹਾਂ ਜਿਹੜੇ ਸ਼ਰ੍ਹਾ ਤੋਂ ਵਾਕਫ ਹਨ। ਪਰ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹਨਾਂ ਚਿਰ ਸ਼ਰ੍ਹਾ ਉਸ ਉੱਤੇ ਵਸ ਰੱਖਦੀ ਹੈ। ਸੁਹਾਗਣ ਜਦ ਤੀਕਰ ਉਸ ਦਾ ਪਰਤਾ ਜਿਉਂਦਾ ਹੈ, ਸ਼ਰ੍ਹਾ ਦੇ ਅਨੁਸਾਰ ਉਸ ਦੇ ਬੰਧਨ ਵਿੱਚ ਰਹਿੰਦੀ ਹੈ। ਪਰ ਜੇ ਪਰਤਾ ਮਰ ਜਾਵੇ ਅਤੇ ਉਹ ਉਹਦੀ ਸ਼ਰ੍ਹਾ ਤੋਂ ਮੁਕਤ ਹੋ ਜਾਂਦੀ ਹੈ। ਇਸ ਲਈ ਜੇ ਉਹ ਆਪਣੇ ਪਰਤਾ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਜਾਨੀ ਸਤਾਵੇਗੀ, ਪਰ ਜੇ ਉਹਦਾ ਪਰਤਾ ਮਰ ਜਾਵੇ ਤਾਂ ਉਹ ਸ਼ਰ੍ਹਾ ਤੋਂ ਛੁੱਟ ਗਈ, ਅਤੇ ਭਾਵੇਂ ਉਹਦਾ ਪਰਤਾ ਦੂਜੇ ਦੀ ਹੋ ਜਾਵੇ ਪਰ ਉਹ ਜਾਨੀ ਨਹੀਂ ਹੁੰਦੀ। ਸੋ ਮੇਰਿਓ ਭਰਾਵੋ, ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰ੍ਹਾ ਦੇ ਸੰਬੰਧੋਂ ਮਰ ਗਏ, ਭਾਈ ਤੁਸੀਂ ਦੂਜੇ ਦੇ ਹੋ ਜਾਓ, ਅਰਥਾਤ ਉਹਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਾਂ ਜੋ ਅਸੀਂ ਪਰਮੇਸ਼ਵਰ ਦੇ ਲਈ ਫਲ ਦੇਈਏ। ਜਦ ਅਸੀਂ ਸਰੀਰਕ ਸਾਂ ਤਦ ਪਾਪ ਦੀਆਂ ਕਾਮਨਾਵਾਂ ਨੇ ਜੋ ਸ਼ਰ੍ਹਾ ਦੇ ਕਾਰਨ ਸਾਡੇ ਮਨ ਵਿੱਚ ਅਤੇ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸਨ, ਭਾਈ ਮੌਤ ਦੇ ਲਈ ਫਲ ਦੇਣ। ਪਰ ਇਸ ਲਈ ਉਹਦੇ ਵੱਲੋਂ ਮਰ ਕੇ ਜਿਹਦੇ ਵਿੱਚ ਬੱਧੇ ਹੋਏ ਸਾਂ ਸ਼ਰ੍ਹਾ ਤੋਂ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ਸੇਵਾ ਕਰਦੇ ਹਾਂ। ਬਸ ਅਸੀਂ ਕੀ ਆਖੀਏ ਕਿ ਸ਼ਰ੍ਹਾ ਪਾਪ ਹੈ? ਕਦੇ ਨਹੀਂ। ਸਗੋਂ ਸ਼ਰ੍ਹਾ ਤੋਂ ਬਿਨਾਂ ਮੈਂ ਪਾਪ ਨੂੰ ਨਾ ਪਹਿਚਾਨਦਾ, ਕਿਉਂਕਿ ਜੇ ਸ਼ਰ੍ਹਾ ਨਾ ਕਹਿੰਦੀ ਭਾਈ ਲੋਭ ਨਾ ਕਰ, ਤਾਂ ਮੈਂ ਲੋਭ ਨੂੰ ਨਾ ਜਾਣਦਾ। ਪਰ ਪਾਪ ਨੇ ਦੌ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ, ਕਿਉਂ ਜੋ ਸ਼ਰ੍ਹਾ ਬਾਝੋਂ ਪਾਪ ਮੁਰਦਾ ਹੈ ਅਤੇ ਮੈਂ ਅੱਗੋਂ ਸ਼ਰ੍ਹਾ ਦੇ ਬਾਝੋਂ ਜਿਉਂਦਾ ਸਾਂ। ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ, ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ, ਕਿਉਂ ਜੋ ਪਾਪ ਨੇ ਦੌ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। ਸੋ ਸ਼ਰ੍ਹਾ ਪਵਿੱਤਰ ਹੈ ਅਤੇ ਹੁਕਮਨਾਮਾ ਪਵਿੱਤਰ ਦੇ ਅਤੇ ਜਤਾਰਤ ਅਤੇ ਚੰਗਾ ਹੈ। ਹੁਣ ਜਿਹੜਾ ਚੰਗਾ ਹੈ, ਕੀ ਮੇਰੇ ਲਈ ਮੌਤ ਹੋਇਆ? ਕਦੇ ਨਹੀਂ। ਪਰ ਪਾਪ ਨੇ ਉਹ ਮੇਰੇ ਲਈ ਮਾਲੂਮ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਪਾਪ ਨੂੰ ਮੌਤ ਨੂੰ ਪੈਦਾ ਕੀਤਾ, ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅਤ ਬੁਰਾ ਠਹਿਰੇ। ਅਸੀਂ ਜਾਣਦੇ ਹਾਂ ਜੋ ਸ਼ਰ੍ਹਾ ਆਤਮਕ ਹੈ, ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। ਮੈਂ ਨਹੀਂ ਜਾਣਦਾ ਕਿ ਕੀ ਕਰਾਂ, ਕਿਉਂ ਜੋ ਮੈਂ ਉਹਦੇ ਉੱਤੇ ਨਹੀਂ ਕਰਦਾ, ਕਿਉਂ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ, ਜਿਸ ਤੋਂ ਮੈਨੂੰ ਘਿਣ ਆਉਂਦੀ ਹੈ। ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ, ਤਾਂ ਮੈਂ ਸ਼ਰ੍ਹਾ ਨੂੰ ਮੰਨ ਲੈਂਦਾ ਹਾਂ ਭਈ ਉਹ ਚੰਗੀ ਹੈ। ਸੋ ਹੁਣ ਮੈਂ ਤਾਂ ਉਹਦੇ ਕਾਰਨ ਵਾਲਾ ਨਹੀਂ, ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵਸਦਾ ਹੈ। ਮੈਂ ਜਾਣਦਾ ਹਾਂ ਤਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਨਹੀਂ। ਜਿਹੜੀ ਭਲਾਈ ਮੈਂ ਕਰਨੀ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਸਗੋਂ ਜਿਹੜੀ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ ਸੋ ਹੀ ਕਰਦਾ ਹਾਂ। ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ, ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵਸਦਾ ਹੈ। ਸੋ ਮੈਂ ਇਹ ਕਾਨੂੰਨ ਵੇਖਦਾ ਹਾਂ ਭਈ ਜਦ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਾਈ ਹਾਜ਼ਰ ਹੁੰਦੀ ਹੈ। ਤਾਂ ਮੈਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ਵਰ ਦੇ ਕਾਨੂੰਨ ਵਿੱਚ ਆਨੰਦ ਹੁੰਦਾ ਹਾਂ, ਅਤੇ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂੰਨ ਨਾਲ ਲੜਦਾ ਹੈ, ਅਤੇ ਮੈਨੂੰ ਉਸ ਪਾਪ ਦੇ ਕਾਨੂੰਨ ਦੇ ਜੋ ਮੇਰੇ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। ਮੈਂ ਕਿੱਡਾ ਮੰਦਭਾਗਾ ਮਨੁੱਖ ਹਾਂ। ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ਵਰ ਦਾ ਧੰਨਵਾਦ ਹੋਵੇ। ਸੋ ਮੈਂ ਆਪ ਬੁੱਧ ਨਾਲ ਪਰਮੇਸ਼ਵਰ ਦੇ ਕਾਨੂੰਨ ਦੀ ਗੁਲਾਮੀ ਕਰਦਾ ਹਾਂ, ਪਰ ਸਰੀਰ ਦੇ ਨਾਲ ਪਾਪ ਦੇ ਕਾਨੂੰਨ ਦੀ। 8ਵਾਂ ਬਾਬ। ਸੋ ਹੁਣ ਉਹਨਾਂ ਲਈ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ, ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰ੍ਹਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰ੍ਹਾ ਤੋਂ ਛੁਡਾ ਦਿੱਤਾ ਹੈ, ਜੋ ਸ਼ਰ੍ਹਾ ਤੋਂ ਨਾ ਹੋ ਸਕਿਆ। ਇਸ ਕਰਕੇ ਉਹ ਸਰੀਰ ਦੇ ਕਾਰਨ ਨਿਤਾਣੀ ਸੀ। ਪਰਮੇਸ਼ਵਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਘੱਲ ਕੇ ਸਰੀਰ ਹੀ ਦੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ, ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ, ਸ਼ਰ੍ਹਾ ਦਾ ਰਾਸਤਾ ਹੁਕਮ ਵਿੱਚ ਪੂਰਾ ਕਰੇ। ਜਿਹੜੇ ਸਰੀਰ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ, ਪਰ ਜਿਹੜੇ ਆਤਮਿਕ ਹਨ
ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ, ਕਿਉਂ ਜੋ ਸਰੀਰਿਕ ਮਨਸ਼ਾ ਮੌਤ ਹੈ ਅਤੇ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਇਸ ਲਈ ਜੋ ਸਰੀਰਿਕ ਮਨਸ਼ਾ ਪਰਮੇਸ਼ਵਰ ਨਾਲ ਵੈਰ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਸ਼ਰ੍ਹਾ ਦੇ ਅਧੀਨ ਨਹੀਂ ਅਤੇ ਨਾ ਹੀ ਹੋ ਸਕਦੀ ਹੈ। ਅਤੇ ਜਿਹੜੇ ਸਰੀਰਿਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ। ਪਰ ਤਦੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਪਾਪ ਦੇਹੀ ਦੇ ਕਾਰਨ ਮਰ ਗਈ, ਪਰ ਆਤਮਾ ਦੇ ਕਾਰਨ ਜੀਵਿਤ ਹੈ। ਪਰ ਜੇ ਉਹਦਾ ਆਤਮਾ ਜਿਨ੍ਹੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਨ੍ਹੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਿਹਰਨਹਾਰ ਦੇਹੀਆਂ ਨੂੰ ਵੀ ਬਚਾਵੇਗਾ। ਸੋ ਹੇ ਪ੍ਰਭੂ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ, ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ। ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ, ਪਰ ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ। ਜਿਨ੍ਹੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਉਹੀ ਪਰਮੇਸ਼ਵਰ ਦੇ ਪੁੱਤਰ ਹਨ। ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ, ਸਗੋਂ ਲੇਪਾਲਕ ਪੁੱਤਰ ਦੇ ਹੋਣ ਦਾ ਆਤਮਾ ਮਿਲਿਆ ਹੈ, ਜਿਸ ਕਰਕੇ ਅਸੀਂ ਅੱਬਾ ਹੇ ਪਿਤਾ ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਸ ਦੇ ਨਾਲ ਦੁੱਖ ਚੱਲੀਏ ਭਈ ਉਹਦੇ ਨਾਲ ਅਸੀਂ ਵੀ ਵਡਿਆਈਏ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ, ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਦੀ ਉਡੀਕ ਹੈ। ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਾ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ, ਪਰ ਉਮੀਦ ਨਾਲ। ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਵਰ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਹਾਂ ਭਈ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤਿੱਕਰ ਹਉਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗਦੀਆਂ ਹਨ, ਅਤੇ ਨਿਰੀ ਉਹ ਨਹੀਂ ਸਗੋਂ ਅਸੀਂ ਵੀ ਆਪ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਅਤੇ ਆਪਣੇ ਆਪ ਵਿੱਚ ਹਉਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ। ਉਮੀਦ ਨਾਲ ਅਸੀਂ ਬਚਾਏ ਗਏ ਹਾਂ, ਪਰ ਉਮੀਦ ਜਿਹੜੀ ਵੇਖੀ ਗਈ ਹੈ ਉਹ ਉਮੀਦ ਨਾ ਰਹੀ, ਕਿਉਂਕਿ ਜਿਹੜੀ ਵਸਤ ਕੋਈ ਵੇਖਦਾ ਹੈ ਉਹ ਉਮੀਦ ਕਾਹਨੂੰ ਕਰੇ। ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹ ਉਮੀਦ ਰੱਖੀਏ ਤਾਂ ਧੀਰਜ ਨਾਲ ਉਹਦੀ ਉਡੀਕ ਵਿੱਚ ਰਹਿੰਦੇ ਹਾਂ। ਜਿਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤੂ ਨਾਲ ਅਸੀਂ ਪ੍ਰਾਰਥਨਾ ਵਿੱਚ ਕਰਨੀ ਚਾਹੀਏ ਅਤੇ ਅਸੀਂ ਨਹੀਂ ਜਾਣਦੇ, ਪਰ ਆਤਮਾ ਅਕਥ ਹਉਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਪਰ ਹਿਰਦਿਆਂ ਦੀ ਜਾਂਚਣ ਵਾਲਾ ਜਾਣਦਾ ਹੈ ਪਰ ਆਤਮਾ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਅਸੀਂ ਜਾਣਦੇ ਹਾਂ ਭਈ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ। ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ। ਕਿਉਂਕਿ ਜਿਨ੍ਹਾਂ ਨੇ ਉਹਦੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਹੀ ਠਹਿਰਾਇਆ ਭਈ ਉਹ ਪੁੱਤਰ ਦੇ ਸਰੂਪ ਉੱਤੇ ਬਣੇ ਰਹਿਣ, ਭਈ ਉਹਨਾਂ ਦੇ ਬਹੁਤਿਆਂ ਭਰਾਵਾਂ ਵਿੱਚੋਂ ਜੇਠਾ ਹੋਵੇ। ਅਤੇ ਇਸ ਲਈ ਉਹਨਾਂ ਨੂੰ ਅੱਗਿਓਂ ਹੀ ਠਹਿਰਾਇਆ। ਉਸਨੇ ਉਹਨਾਂ ਨੂੰ ਸੱਦਿਆ ਵੀ, ਇਸ ਲਈ ਜੋ ਉਹਨਾਂ ਨੂੰ ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਉਸਨੇ ਧਰਮੀ ਵੀ ਠਹਿਰਾਇਆ ਹੈ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਹੈ ਉਹਨਾਂ ਨੂੰ ਵਡਿਆਈ ਵੀ ਦਿੱਤੀ। ਉਪਰੰਤ ਇਹਨਾਂ ਗੱਲਾਂ ਉੱਤੇ ਕੀ ਆਖੀਏ? ਜਦੋਂ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ? ਜਿਨ੍ਹੇ ਆਪਣੇ ਹੀ ਪੁੱਤਰ ਦਾ ਸਰਫਾ ਨਾ ਕੀਤਾ ਸਗੋਂ ਉਹਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ, ਸੋ ਅਸੀਂ ਉਹਦੇ ਨਾਲ ਸਾਰੀਆਂ ਵਸਤਾਂ ਨੂੰ ਵੀ ਕਿਉਂ ਨਾ ਬਖਸ਼ੇਗਾ। ਪਰਮੇਸ਼ਵਰ ਦੇ ਚੁਣਿਆ ਹੋਇਆਂ ਉੱਤੇ ਕੌਣ ਦਾਅਵਾ ਕਰੇਗਾ? ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ, ਹਾਂ ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਜਾਂ ਕਸ਼ਟ ਜਾਂ ਹਨੇਰਾ ਜਾਂ ਕਾਲ ਜਾਂ ਨੰਗ ਜਾਂ ਭੋਜਲ ਜਾਂ ਤਲਵਾਰ? ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ ਅਤੇ ਕੋਈ ਜਾਨ ਵਾਲਿਆਂ ਭੇਡਾਂ ਵਾਂਗੂ
ਤੁਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਨ੍ਹੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵੱਧ ਫਤਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੈ ਪਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਾਈਆਂ, ਨਾ ਡੂੰਘਾਈਆਂ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। 9ਵਾਂ ਬਾਬ। ਮੈਂ ਮਸੀਹ ਵਿੱਚ ਸੱਚ ਆਖਦਾ ਹਾਂ, ਝੂਠ ਨਹੀਂ ਕਹਿੰਦਾ, ਅਤੇ ਮੇਰਾ ਅੰਤਕਰਨ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ, ਜੋ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁਖੀ ਰਹਿੰਦਾ ਹੈ। ਮੈਂ ਚਾਹੁੰਦਾ ਸਾਂ ਭਈ ਆਪਣੇ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਕਾਰਨ ਮੇਰੇ ਅੰਗ ਸਾਖ ਹਨ ਆਪੇ ਮਸੀਹ ਵੱਲੋਂ ਸਰਾਪੀ ਹੁੰਦਾ ਹੈ। ਉਹ ਇਸਰਾਏਲੀ ਹਨ ਅਤੇ ਪਤਰੇਲਾਪਨ, ਪ੍ਰਤਾਪ, ਨੇਮ, ਸ਼ਰ੍ਹਾ ਦਾ ਦਾਨ, ਪਰਮੇਸ਼ਵਰ ਦੀ ਉਪਾਸਨਾ ਅਤੇ ਪ੍ਰਤਿਗਿਆ ਉਹਨਾਂ ਦੇ ਹਨ, ਨਾਲੇ ਪਿਤਰਾਂ ਅਤੇ ਉਹਨਾਂ ਦੇ ਹਨ, ਅਤੇ ਸਰੀਰ ਦੇ ਅਨੁਸਾਰ ਮਸੀਹ ਉਹਨਾਂ ਵਿੱਚੋਂ ਹੋਇਆ, ਜਿਹੜਾ ਸਭਨਾਂ ਉੱਤੇ ਪਰਮੇਸ਼ਵਰ ਜੁਗੋ ਜੁਗ ਮੁਬਾਰਕ ਹੈ। ਆਮੀਨ। ਪਰ ਇਉਂ ਨਹੀਂ ਜੋ ਪਰਮੇਸ਼ਵਰ ਦਾ ਵਚਨ ਅਕਰਥ ਹੋ ਗਿਆ, ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ ਉਹ ਸਭੇ ਇਸਰਾਏਲੀ ਨਹੀਂ ਹਨ, ਅਤੇ ਅਬਰਾਹਮ ਦੀ ਅੰਸ਼ ਹੋਣ ਦੇ ਕਰਕੇ ਉਹ ਸਭੇ ਉਹਦੀ ਸੰਤਾਨ ਨਹੀਂ ਹਨ। ਸਗੋਂ ਇਸਾਕ ਤੋਂ ਤੇਰੀ ਅੰਸ਼ ਪੁਕਾਰੀ ਜਾਵੇਗੀ, ਅਰਥਾਤ ਨਾ ਉਹ ਜਿਹੜੇ ਸਰੀਰ ਦੀ ਸੰਤਾਨ ਹਨ ਇਹ ਪਰਮੇਸ਼ਵਰ ਦੀ ਸੰਤਾਨ ਹਨ, ਪਰ ਵਾਅਦੇ ਦੀ ਸੰਤਾਨ ਅੰਸ਼ ਗਿਣਦੀ ਹੈ। ਵਾਅਦੇ ਦਾ ਵਚਨ ਇਹ ਹੈ ਭਾਈ ਇਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾ ਇੱਕ ਪੁੱਤਰ ਜਣੇਗੀ, ਅਤੇ ਨਿਰਾ ਇਹੋ ਨਹੀਂ ਸਗੋਂ ਜਦ ਰਿਬਕਾ ਇੱਕ ਜਣੇ ਅਰਥਾਤ ਸਾਡੇ ਪਿਤਾ ਇਸਾਕ ਤੋਂ ਗਰਭਣੀ ਹੋਈ, ਭਾਵੇਂ ਬਾਲਕ ਅਜੇ ਜੰਮੇ ਨਹੀਂ ਅਤੇ ਕੁਝ ਨਾ ਭਲਾ ਬੁਰਾ ਕੀਤਾ, ਤਾਂ ਜੋ ਪਰਮੇਸ਼ਵਰ ਦੀ ਮਨਸਾ ਜਿਹੜੀ ਚੋਣ ਦੇ ਅਨੁਸਾਰ ਹੈ ਬਣੀ ਰਹੀ, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲਿਆਂ ਦੀ ਇੱਛਾ ਤੋਂ। ਤਦ ਉਹਨੂੰ ਇਹ ਆਖਿਆ ਗਿਆ ਸੀ ਭਈ ਵੱਡੇ ਤੋਂ ਛੋਟੇ ਦੀ ਟਹਿਲ ਕਰੇਗਾ, ਅਤੇ ਜਿਵੇਂ ਲਿਪੀਆਂ ਹੋਈਆਂ ਹਨ ਜੋ ਮੈਂ ਯਾਕੂਬ ਨਾਲ ਪ੍ਰੇਮ ਪਰ ਏਸਾੂ ਨਾਲ ਵੈਰ ਕੀਤਾ। ਫਿਰ ਅਸੀਂ ਕੀ ਆਖੀਏ, ਭਲਾ ਪਰਮੇਸ਼ਵਰ ਕੋਲੋਂ ਕਿਰਨਿਆਊ ਹੁੰਦਾ ਹੈ? ਕਦੇ ਨਹੀਂ। ਕਿਉਂ ਜੋ ਉਹ ਮੂਸਾ ਨੂੰ ਆਖਦਾ ਹੈ ਭਈ ਜਿਹਦੇ ਉੱਤੇ ਮੈਂ ਦਿਆਲ ਹਾਂ ਉਸ ਉੱਤੇ ਦਿਆਲੂ ਹੋਵਾਂਗਾ, ਅਤੇ ਜਿਹਦੇ ਉੱਤੇ ਮੈਂ ਰਹਿਮ ਕਰਨਾ ਹੈ ਉਸ ਉੱਤੇ ਰਹਿਮ ਕਰਾਂਗਾ। ਸੋ ਇਹ ਤਾਂ ਨਹੀਂ ਚਾਹੁਣ ਵਾਲੇ ਨਾ ਦੌੜ ਭੱਜ ਕਰਨ ਵਾਲੇ, ਸਗੋਂ ਪਰਮੇਸ਼ਵਰ ਦਾ ਕੰਮ ਹੈ ਜਿਹੜਾ ਦਇਆ ਕਰਦਾ ਹੈ। ਕਿਉਂ ਜੋ ਧਰਮ ਪੁਸਤਕ ਫਿਰੌਨ ਨੂੰ ਆਖਦਾ ਹੈ, ਜੇ ਮੈਂ ਕਿਸੇ ਕਾਰਨ ਤੈਨੂੰ ਖੜਾ ਕੀਤਾ ਹੈ ਤਾਂ ਜੋ ਤੂੰ ਮੇਰੇ ਵਿੱਚ ਆਪਣੀ ਸਮਰਥਾ ਪ੍ਰਗਟ ਕਰਾਂ ਅਤੇ ਸਾਰੀ ਧਰਤੀ ਵਿੱਚ ਮੇਰਾ ਨਾਮ ਪ੍ਰਸਿੱਧ ਹੋਵੇ। ਅਤੇ ਜਿਹਦੇ ਉੱਤੇ ਮੈਂ ਚਾਹੁੰਦਾ ਹਾਂ ਉਹਦੇ ਉੱਤੇ ਦਇਆ ਕਰਦਾ ਹਾਂ, ਅਤੇ ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹ ਸਖਤੀ ਕਰਦਾ ਹੈ। ਤਾਂ ਤੂੰ ਮੈਨੂੰ ਇਹ ਆਖੇਂਗਾ, ਫਿਰ ਉਹ ਕਾਹਨੂੰ ਦੋਸ਼ ਲਾਉਂਦਾ ਹੈ? ਕਿਉਂ ਜੋ ਉਹਦੀ ਮਨਸ਼ਾ ਦਾ ਕੌਣ ਸਾਹਮਣਾ ਕਰਦਾ ਹੈ? ਭਲਾ ਹੈ ਸ਼ਖਸ਼ਾ, ਤੂੰ ਪਰਮੇਸ਼ਵਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ? ਕੀ ਕੜਤ ਕਰਨ ਵਾਲੇ ਨੂੰ ਆਖੇਂਗੀ ਭਈ ਤੈਂ ਮੈਨੂੰ ਇਸ ਡੱਬ ਨੂੰ ਕਿਉਂ ਬਣਾਇਆ ਹੈ ਕਿ ਘੁਮਿਆਰ ਮਿੱਟੀ ਦੇ ਉੱਪਰ ਵਸ ਨਹੀਂ ਰੱਖਦਾ, ਜੋ ਇੱਕੋ ਪੇੜੇ ਵਿੱਚ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ। ਅਤੇ ਕੀ ਹੋਇਆ ਕਿ ਪਰਮੇਸ਼ਵਰ ਨੇ ਇਹ ਚਾਹ ਕਰਕੇ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰਥਾ ਪ੍ਰਗਟ ਕਰਕੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ਼ ਦੇ ਲਈ ਤਿਆਰ ਕੀਤੇ ਹੋਏ ਹਨ ਵੱਡੇ ਧੀਰਜ ਨਾਲ ਸਹਾਰਿਆ, ਤਾਂ ਜੋ ਦਇਆ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਪ੍ਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪ੍ਰਤਾਪ ਦਾ ਧਨ ਪ੍ਰਗਟ ਕਰੇ, ਅਰਥਾਤ ਸਾਡੇ ਉੱਤੇ ਜਿਹੜੇ ਉਹ ਨਿਰੇ ਯਹੂਦੀਆਂ ਵਿੱਚੋਂ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚ ਵੀ ਬੁਲਾਏ ਗਏ। ਜਿਵੇਂ ਹੋਸ਼ੂਆ ਦੀ ਪੁਸਤਕ ਵਿੱਚ ਵੀ ਉਹ ਆਖਦਾ ਹੈ, ਜਿਹੜੀ ਮੇਰੀ ਕੌਮ ਨਾ ਸੀ ਉਹਨੂੰ ਮੈਂ ਆਪਣੀ ਪਰਜਾ ਕਰਕੇ ਸੱਦਾਂਗਾ, ਅਤੇ ਜਿਹੜੀ ਮੇਰੀ ਪਿਆਰੀ ਨਾ ਸੀ ਉਹਨੂੰ ਪਿਆਰੀ ਕਰਕੇ ਸੱਦਾਂਗਾ। ਅਤੇ ਇਉਂ ਹੋਵੇਗਾ ਭਈ ਜਿੱਥੇ ਉਹਨਾਂ ਨੇ ਇਹ ਆਖਿਆ ਗਿਆ ਸੀ ਕਿ ਤੁਸੀਂ ਮੇਰੀ ਪਰਜਾ ਨਹੀਂ, ਉੱਥੇ ਉਹ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਨੂੰ ਅਖਵਾਉਣਗੇ। ਯਸ਼ਾਇਆ ਇਸਰਾਏਲ ਦੇ ਵਿਖੇ ਪੁਕਾਰਦਾ ਹੈ ਭਈ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਤੇ ਤੁਲ ਹੋਵੇ, ਪਰ ਉਹ ਬਕੀਆ ਹੀ ਬਚਿਆ ਗਿਆ। ਕਿਉਂ ਜੋ ਪ੍ਰਭੂ ਨੇ ਆਪਣੇ ਬਚਨ ਨੂੰ ਤਮਾਮ ਅਤੇ ਛੇਤੀ ਕਰਕੇ ਧਰਤੀ ਉੱਤੇ ਪੂਰਾ ਕਰੇਗਾ, ਜਿਵੇਂ ਯਸ਼ਾਇਆ ਨੇ ਅੱਗੋਂ ਵੀ ਕਿਹਾ ਹੈ, ਜੇ ਸੈਨਾ ਦਾ ਪ੍ਰਭੂ ਸਾਡੇ ਨਾਲ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੋਮ ਵਰਗੇ ਹੋ ਜਾਂਦੇ ਅਤੇ ਮੋਰਾ ਜਿਹੇ ਬਣ ਜਾਂਦੇ। ਉਪਰੰਤ ਅਸੀਂ ਕੀ ਆਖੀਏ ਭਈ ਪਰਾਈਆਂ ਕੌਮਾਂ ਜਿਹੜੀਆਂ ਧਰਮ ਦੀਆਂ ਇੱਛਾ ਨਹੀਂ ਕਰਦੀਆਂ ਹਨ ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ, ਸਗੋਂ ਧਰਮ ਨੂੰ ਜਿਹੜਾ ਨੇਚਾ ਤੋਂ ਹੁੰਦਾ ਹੈ। ਪਰ ਇਸਰਾਏਲ ਨੇ ਭਾਵੇਂ
ਧਰਮ ਦੀ ਸ਼ਰ੍ਹਾ ਦਾ ਪਿੱਛਾ ਕੀਤਾ, ਪਰ ਉਹਦੀ ਸ਼ਰ੍ਹਾ ਤਿੱਕਰ ਨਾ ਅਪੜਿਆ। ਕਿਉਂ? ਇਸ ਲਈ ਜੋ ਉਹਨਾਂ ਨੇ ਨੇਚਾ ਦੇ ਰਾਹ ਤੋਂ ਨਹੀਂ, ਪਰ ਮਨੋਕਰਨੀਆਂ ਦੇ ਰਾਹ ਤੋਂ ਉਹਦਾ ਪਿੱਛਾ ਕੀਤਾ ਸੀ। ਉਹਨਾਂ ਠੇਡੇ ਖਵਾਉਣ ਵਾਲੇ ਪੱਥਰ ਨਾਲ ਠੇਡਾ ਖਾਧਾ, ਜਿਵੇਂ ਲਿਖਿਆ ਹੋਇਆ ਹੈ, ਵੇਖੋ ਮੈਂ ਸਿਯੋਨ ਵਿੱਚ ਠੇਡਾ ਲੱਗਣ ਦਾ ਪੱਥਰ ਅਤੇ ਤੁਹਾਡੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਲੱਜਿਆਵਾਨ ਨਾ ਹੋਵੇਗਾ। 10ਵਾਂ ਬਾਬ। ਹੇ ਪ੍ਰਭੂ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਵਰ ਦੇ ਅੱਗੇ ਉਹਨਾਂ ਲਈ ਮੁਕਤੀ ਹੈ। ਮੈਂ ਉਹਨਾਂ ਦੀ ਸਾਖੀ ਵੀ ਭਰਦਾ ਹਾਂ, ਭਈ ਉਹਨਾਂ ਨੂੰ ਮੈਂ ਪਰਮੇਸ਼ਵਰ ਦੀ ਅਣਖ ਹਾਂ, ਪਰ ਸਮਝ ਨਾਲ ਨਹੀਂ। ਕਿਉਂ ਜੋ ਪਰਮੇਸ਼ਵਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ ਕਰਨ ਦਾ ਯਤਨ ਕਰੇ, ਉਹ ਪਰਮੇਸ਼ਵਰ ਦੇ ਧਰਮ ਦੇ ਅਧੀਨ ਨਾ ਹੋਏ। ਕਿਉਂ ਜੋ ਧਰਮ ਦੇ ਲਈ ਨਹੀਂ, ਮਸੀਹ ਹਰੇਕ ਨੇਚਾ ਕਰਨ ਵਾਲੇ ਦੇ ਲਈ ਸ਼ਰ੍ਹਾ ਦਾ ਅੰਤ ਹੈ। ਮੂਸਾ ਲਿਖਦਾ ਹੈ, ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਾ ਕਰਦਾ ਹੈ ਜੋ ਸ਼ਰ੍ਹਾ ਤੋਂ ਹੈ, ਉਹ ਉਸ ਨਾਲ ਕੀਤਾ ਜਾਵੇਗਾ। ਪਰ ਉਹ ਧਰਮ ਜੋ ਨੇਚਾ ਤੋਂ ਹੈ, ਇਉਂ ਕਹਿੰਦਾ ਹੈ, ਭਈ ਆਪਣੇ ਚਿੱਤ ਵਿੱਚ ਇਹ ਨਾ ਆਖ, ਜੋ ਆਕਾਸ਼ ਉੱਤੇ ਕੌਣ ਚੜ੍ਹੇਗਾ, ਅਰਥਾਤ ਮਸੀਹ ਨੂੰ ਹੇਠਾਂ ਧਰਤੀ ਉੱਤੇ ਉਤਾਰਨ ਲਈ, ਅਰਥਾਤ ਅਥਾਹ ਕੁੰਡ ਵਿੱਚ ਕੌਣ ਉਤਰੇਗਾ, ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚ ਉਠਾਉਣ ਲਈ। ਪਰ ਕੀ ਆਖਦਾ ਹੈ, ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਉਸ ਨੇਚਾ ਦੀ ਬਾਣੀ ਹੈ ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ। ਕਿਉਂ ਜੋ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੂੰ ਬਚਾਇਆ ਜਾਵੇਗਾ। ਧਰਮ ਦੇ ਲਈ ਹਿਰਦੇ ਦਾ ਨੇਚਾ ਕਰਨੀ ਅਤੇ ਪ੍ਰਮੁਕਤੀ ਲਈ ਮੂੰਹ ਦਾ ਇਕਰਾਰ ਕਰਨਾ ਚਾਹੀਦਾ ਹੈ। ਧਰਮ ਪੁਸਤਕ ਇਉਂ ਆਖਦੀ ਹੈ, ਭਈ ਜੋ ਕੋਈ ਉਸ ਉੱਤੇ ਨੇਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ। ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭੇਦ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭਨਾਂ ਦਾ ਹੈ ਅਤੇ ਉਹਨਾਂ ਸਭਨਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ। ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹਦੇ ਉੱਤੇ ਨੇਚਾ ਕੀਤੀ ਨਾ, ਉਹ ਉਸ ਦਾ ਨਾਮ ਕਿਕਰ ਲੈਣ, ਅਤੇ ਜਿਹਦੀ ਖਬਰ ਸੁਣੀ ਹੀ ਨਹੀਂ, ਉਸ ਉੱਤੇ ਕਿਵੇਂ ਨੇਚਾ ਕਰਨ ਅਤੇ ਪ੍ਰਚਾਰਕ ਵਜੋਂ ਕਿਕਰ ਸੁਣਨ, ਅਤੇ ਜੇ ਇਕੱਲੇ ਨਾ ਜਾਣ ਤਾਂ ਕਿਵੇਂ ਪ੍ਰਚਾਰ ਕਰਨ। ਜਿਵੇਂ ਲਿਖਿਆ ਹੋਇਆ ਹੈ, ਭਈ ਜਿਹੜੀਆਂ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਚਰਨ ਕਿਹੇ ਸੁੰਦਰ ਹਨ। ਪਰ ਸਭਨਾਂ ਨੇ ਇਸ ਖੁਸ਼ਖਬਰੀ ਨੂੰ ਨਾ ਮੰਨਿਆ। ਕਿਉਂ ਜੋ ਯਸ਼ਾਇਆ ਨਬੀ ਕਹਿੰਦਾ ਹੈ, ਭਈ ਹੇ ਪ੍ਰਭੂ, ਸਾਡੇ ਸੁਨੇਹੇ ਦੀ ਕਿੰਨੇ ਪ੍ਰਤੀਤ ਕੀਤੀ, ਪਰ ਤੀਤ ਸੁਣਨ ਵਾਲੇ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਪਰ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਨਾ ਸੁਣਿਆ। ਬੇਸ਼ੱਕ ਉਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਤਿੱਕਰ ਉਹਨਾਂ ਦੇ ਸ਼ਬਦ। ਪਰ ਮੈਂ ਆਖਦਾ ਹਾਂ ਕਿ ਇਸਰਾਏਲ ਵਾਕਫ ਨਾ ਹੋਇਆ। ਪਹਿਲਾਂ ਮੂਸਾ ਆਖਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ ਤੁਹਾਨੂੰ ਅਣਖੀ ਬਣਾਵਾਂਗਾ, ਮੈਂ ਮੂਰਖ ਕੌਮ ਤੋਂ ਤੁਹਾਨੂੰ ਗੁੱਸਾ ਚੜਾਵਾਂਗਾ। ਫਿਰ ਯਸ਼ਾਇਆ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਾ ਪਾਲਿਆ ਉਹਨਾਂ ਨੂੰ ਮੈਂ ਲੱਭਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ ਮੈਂ ਉਹਨਾਂ ਉੱਤੇ ਪ੍ਰਗਟ ਹੋਇਆ। ਪਰ ਇਸਰਾਏਲ ਦੇ ਵਿਖੇ ਉਹ ਆਖਦਾ ਹੈ, ਮੈਂ ਅਨਾਗਿਆਕਾਰ ਅਤੇ ਹੁਜਤੀ ਪ੍ਰਜਾ ਵੱਲ ਦਿਨ ਪਰ ਆਪਣੇ ਹੱਥ ਪਸਾਰੇ ਹੋਏ ਸਾਂ। 11ਵਾਂ ਬਾਬ। ਸੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਨੇ ਆਪਣੀ ਪ੍ਰਜਾ ਨੂੰ ਛੱਡ ਦਿੱਤਾ, ਕਦੇ ਨਹੀਂ। ਮੈਂ ਵੀ ਤਾਂ ਇਸਰਾਏਲੀ ਅਬਰਾਹਮ ਦੇ ਵੰਸ਼ ਅਤੇ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ। ਪਰਮੇਸ਼ਵਰ ਨੇ ਆਪਣੀ ਪ੍ਰਜਾ ਨੂੰ, ਜਿਹਨੂੰ ਉਸਨੇ ਅੱਗਿਓਂ ਹੀ ਜਾਣਿਆ ਨਹੀਂ, ਛੱਡੀ। ਭਲਾ ਤੁਸੀਂ ਨਹੀਂ ਜਾਣਦੇ ਜੋ ਧਰਮ ਪੁਸਤਕ ਏਲੀਆ ਦੀ ਕਥਾ ਵਿੱਚ ਕੀ ਕਹਿੰਦਾ ਹੈ, ਭਈ ਉਹ ਪਰਮੇਸ਼ਵਰ ਦੇ ਅੱਗੇ ਇਸਰਾਏਲ ਉੱਤੇ ਕਿਸ ਤਰ੍ਹਾਂ ਫਰਿਆਦ ਕਰਦਾ ਹੈ ਕਿ ਹੇ ਪ੍ਰਭੂ, ਉਹਨਾਂ ਨੇ ਤੇਰੀਆਂ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ, ਅਤੇ ਮੈਂ ਇਕੱਲਾ ਹੀ ਰਹਿ ਗਿਆ, ਅਤੇ ਉਹ ਮੇਰੀ ਜਾਨ ਦੇ ਮਗਰ ਲੱਗੇ ਹੋਏ ਹਨ। ਪਰ ਉਹਨੂੰ ਕੀ ਸਵਰਗੀ ਬਾਣੀ ਮਿਲੀ ਕਿ ਹੇ, ਮੈਂ ਇੱਕ ਆਪਣੇ ਲਈ ਜਿੱਤ 7000 ਪੁਰਖਾਂ ਨੂੰ ਰੱਖ ਛੱਡਿਆ ਹੈ, ਜਿਨ੍ਹਾਂ ਬਾਲ ਦੇ ਅੱਗੇ ਗੋਡਾ ਨਹੀਂ ਟੇਕਿਆ, ਅਤੇ ਇਸੇ ਤਰ੍ਹਾਂ ਹੁਣ ਵੀ ਕਿਰਪਾ ਦੀ ਚੋਣ ਨਾਲ ਇੱਕ ਹੀ ਬਕਿਆ ਹੈ। ਪਰ ਜੋ ਇਹ ਕਿਰਪਾ ਤੋਂ ਹੋਇਆ ਤਾਂ ਫੇਰ ਕਰਨੀਆਂ ਤੋਂ ਨਹੀਂ, ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ ਤਾਂ ਫੇਰ ਕੀ। ਜਿਸ ਗੱਲ ਨੂੰ ਇਸਰਾਏਲ ਪਾਲਦਾ ਹੈ ਸੋ ਉਹਨੂੰ ਨਾ ਲੱਭੀ, ਪਰ ਚੁਣਿਆ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਬੁੱਧੂ ਕੀਤੇ ਹੋਏ ਹਨ। ਜਿਵੇਂ ਲਿਖਿਆ ਹੋਇਆ ਹੈ, ਪਰਮੇਸ਼ਵਰ ਨੇ ਆਸ ਤਿੱਕਰ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅੱਖਾਂ ਨੇ ਜੋ ਨਾ ਵੇਖਣ, ਕੰਨ ਜੋ ਨਾ ਸੁਣਨ। ਅਤੇ ਦਾਊਦ ਆਖਦਾ ਹੈ, ਉਹਨਾਂ ਦੀ ਮੇਜ਼ ਫਾਹੀ ਅਤੇ ਫੰਦਾ ਹੈ,
ਠੋਕਰ ਦਾ ਬਦਲਾ ਬਣ ਜਾਵੇ। ਉਹਨਾਂ ਦੀਆਂ ਅੱਖੀਆਂ ਉੱਤੇ ਹਨੇਰਾ ਛਾ ਜਾਵੇ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਪਿੱਠ ਸਦਾ ਤੱਕ ਝੁਕਾਈ ਰੱਖ। ਉਪਰੰਤ ਮੈਂ ਆਖਦਾ ਹਾਂ, ਭਲਾ ਉਹਨਾਂ ਨੂੰ ਇਸ ਲਈ ਠੇਡਾ ਖਾਧਾ ਜੋ ਡਿੱਗ ਪੈਣ ਕਦੇ ਨਹੀਂ, ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਮਿਲੇ। ਭਾਈ ਉਹਨਾਂ ਨੂੰ ਅਣਖੀ ਬਣਾਵੇ। ਜੇ ਉਹਨਾਂ ਦੀ ਭੁੱਲ ਸੰਸਾਰ ਦਾ ਤਨ ਅਤੇ ਉਹਨਾਂ ਦਾ ਘਾਟਾ ਪਰਾਈ ਕੌਮਾਂ ਦਾ ਤਨ ਹੋਇਆ, ਤਾਂ ਉਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ। ਪਰ ਮੈਂ ਤੁਹਾਨੂੰ ਪਰਾਈ ਕੌਮਾਂ ਵਾਲਿਆਂ ਨਾਲ ਬੋਲਦਾ ਹਾਂ। ਫਿਰ ਮੈਂ ਜੇ ਪਰਾਈਆਂ ਕੌਮਾਂ ਨਾਲ ਰਸੂਲ ਹਾਂ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ। ਭਾਈ ਮੈਂ ਕਿਵੇਂ ਆਪਣੀ ਜਦ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਵਾਂ, ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮਿਲਾਪ ਹੋਇਆ, ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣਾ ਤੋਂ ਬਿਨਾਂ ਹੋਰ ਕੀ ਹੋਵੇਗਾ। ਅਤੇ ਜੋ ਪਹਿਲਾ ਪੇੜਾ ਪਵਿੱਤਰ ਹੈ, ਤਾਂ ਸਾਰੀ ਪੌਣ ਵੀ ਪਵਿੱਤਰ ਹੋਵੇਗੀ, ਅਤੇ ਜੜ ਪਵਿੱਤਰ ਹੈ, ਤਾਂ ਡਾਲੀਆਂ ਵੀ ਪਵਿੱਤਰ ਹੋਣਗੀਆਂ। ਪਰ ਜੇ ਡਾਲੀਆਂ ਵਿੱਚੋਂ ਕਈ ਕੁ ਤੋੜੀਆਂ ਗਈਆਂ, ਅਤੇ ਤੂੰ ਜਿਹੜਾ ਜੰਗਲੀ ਜੈਤੂਨ ਸੈਂ ਅਤੇ ਉਹਨਾਂ ਵਿੱਚ ਪਿਓਂਦ ਚਾੜਿਆ ਗਿਆ, ਅਤੇ ਜੈਤੂਨ ਦੀ ਜੜ ਦੀ ਰਸ ਵਿੱਚ ਸਾਂਝੀ ਹੋਇਆ, ਤਾਂ ਉਹਨਾਂ ਡਾਲੀਆਂ ਉੱਤੇ ਕਮੰਡ ਨਾ ਕਰ। ਅਤੇ ਭਾਵੇਂ ਤੂੰ ਕਮੰਡ ਕਰੇ, ਤਾਂ ਵੀ ਤੂੰ ਜੜ ਨਹੀਂ ਸੰਭਾਲਦਾ, ਅਤੇ ਤੈਨੂੰ ਜੜ ਸੰਭਾਲਦੀ ਹੈ। ਫਿਰ ਤੂੰ ਆਖੇਂਗਾ, ਡਾਲੀਆਂ ਇਸ ਲਈ ਤੋੜੀਆਂ ਗਈਆਂ ਹਨ, ਮੈਂ ਪਿਓਂਦ ਚੜਾਵਾਂ। ਅੱਛਾ, ਉਹ ਤਾਂ ਬੇਪ੍ਰਤੀਤੀ ਦੇ ਕਾਰਨ ਤੋੜੀਆਂ ਗਈਆਂ, ਪਰ ਤੂੰ ਪ੍ਰਤੀਤੀ ਦੇ ਕਾਰਨ ਖਲੋਤਾ। ਗਰਬ ਨਾ ਕਰ, ਸਗੋਂ ਡਰ, ਕਿਉਂਕਿ ਜਦੋਂ ਪਰਮੇਸ਼ਰ ਨੇ ਅਸਲੀ ਡਾਲੀਆਂ ਨੂੰ ਨਾ ਛੱਡਿਆ, ਤਾਂ ਤੈਨੂੰ ਵੀ ਨਾ ਛੱਡੇਗਾ। ਸੋ ਪਰਮੇਸ਼ਰ ਦੀ ਦਿਆਲਗੀ ਅਤੇ ਕਰੜਿਆਈ ਵੇਖ, ਅਤੇ ਕਰੜਿਆਈ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ। ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ, ਜਿਹਦੀ ਤੂੰ ਦਿਆਲਗੀ ਵਿੱਚ ਟਿਕਿਆ ਰਹੇ, ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ। ਅਤੇ ਜੋ ਬੇਪ੍ਰਤੀਤੀ ਵਿੱਚ ਨਾ ਟਿਕੇ ਰਹਿਣ, ਤਾਂ ਪਿਓਂਦ ਚਾੜੇ ਜਾਣਗੇ। ਕਿਉਂ ਜੋ ਪਰਮੇਸ਼ਰ ਨੂੰ ਸਮਰਥਾ ਹੈ ਜੋ ਉਹਨਾਂ ਨੂੰ ਫੇਰ ਪਿਓਂਦ ਚਾੜੇ। ਕਿਉਂਕਿ ਜੇ ਤੂੰ ਜੈਤੂਨ ਦੇ ਰੁੱਖ ਨਾਲੋਂ ਵੱਢਿਆ ਗਿਆ, ਤਾਂ ਜਿਹੜਾ ਸੁਭਾਅ ਕਰਕੇ ਜੰਗਲੀ ਅਤੇ ਸੁਭਾਅ ਦੇ ਕਾਰਨ ਚੰਗੇ ਜੈਤੂਨ ਦੇ ਰੁੱਖ ਨੂੰ ਪਿਓਂਦ ਚਾੜਿਆ ਗਿਆ, ਤਾਂ ਇਹਨਾਂ ਜਿਹੜੀਆਂ ਅਸਲੀ ਡਾਲੀਆਂ ਹਨ, ਆਪਣੇ ਹੀ ਜੈਤੂਨ ਦੇ ਰੁੱਖ ਨੂੰ ਕਿੰਨਾ ਕੁ ਚਿਰ ਪਿਓਂਦ ਨਾਲ ਚਾੜੀਆਂ ਜਾਣਗੀਆਂ। ਹੁਣ ਹੈ ਭਰਾਵੋ, ਕਿਤੇ ਇਉਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋ। ਮੈਂ ਤੁਹਾਨੂੰ ਆਖਦਾ ਹਾਂ, ਜੋ ਤੁਸੀਂ ਇਸ ਭੇਦ ਤੋਂ ਅਜਾਣ ਰਹੋ, ਭਈ ਜੋ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਹੈ, ਅਤੇ ਤੁਹਾਡੇ ਉੱਤੇ ਆਣ ਪਏਗੀ, ਜਿੰਨਾ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ, ਇਸੇ ਤਰ੍ਹਾਂ ਇਹ ਸਾਰਾ ਇਸਰਾਏਲ ਬਚ ਜਾਵੇਗਾ। ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸਿਯੋਨ ਤੋਂ ਨਿਕਲੇਗਾ, ਉਹ ਯਾਕੂਬ ਤੋਂ ਅਭਗਤੀ ਠਹਿਰਾਵੇਗਾ, ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜਦ ਮੈਂ ਉਹਨਾਂ ਦੇ ਪਾਪ ਚੁੱਕ ਲਵਾਂਗਾ। ਅੰਜੀਲ ਦੇ ਅਨੁਸਾਰ ਉਹ ਤੁਹਾਡੇ ਕਾਰਨ ਵੈਰੀ ਹੋਣਗੇ, ਪਰ ਜੋ ਚੋਣ ਦੇ ਅਨੁਸਾਰ ਵੱਡਿਆਂ ਦੇ ਕਾਰਨ ਪਿਆਰੇ ਹਨ, ਕਿਉਂ ਜੋ ਪਰਮੇਸ਼ਵਰ ਦੀਆਂ ਦਾਤਾਂ ਅਤੇ ਸਦਾ ਅਟਲ ਹਨ। ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ਵਰ ਦੇ ਅਨਾਗਿਆਕਾਰ ਸੋ, ਪਰ ਹੁਣ ਉਹਨਾਂ ਦੀ ਅਨਾਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਇਆ ਕੀਤੀ ਗਈ, ਇਸੇ ਪ੍ਰਕਾਰ ਹੁਣ ਵੀ ਤੁਸੀਂ ਆਗਿਆਕਾਰ ਹੋਵੋ, ਭਾਈ ਤੁਹਾਡੇ ਉੱਤੇ ਦਇਆ ਕੀਤੀ ਜਾਵੇ। ਉਸ ਗੱਲਾਂ ਨੂੰ ਜਿਨ੍ਹਾਂ ਉੱਤੇ ਦਇਆ ਕੀਤੀ ਜਾਵੇ, ਸੋ ਪਰਮੇਸ਼ਵਰ ਨੇ ਸਭਨਾਂ ਨੂੰ ਇੱਕ ਸੰਗ ਕਰਕੇ ਅਨਾਗਿਆਕਾਰੀ ਦੇ ਬੰਧਨ ਵਿੱਚ ਬੱਧਾ, ਭਾਈ ਉਹ ਉਹਨਾਂ ਉੱਤੇ ਦਇਆ ਕਰੇ। ਵਾਹ, ਪਰਮੇਸ਼ਵਰ ਦਾ ਤਨ ਅਤੇ ਬੁੱਧ ਅਤੇ ਗਿਆਨ ਕਿੱਡਾ ਡੂੰਘਾ ਹੈ, ਉਹਦੇ ਨਿਉ ਕਿੱਡੇ ਅਨਲਭ ਹਨ, ਅਤੇ ਉਹਦੇ ਰਾਹ ਕਿੱਡੇ ਬੇਖੋਜ ਹਨ। ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾਂ ਕੌਣ ਉਹਦੀ ਸਲਾਹੀ ਬਣਿਆ, ਅਥਵਾ ਕਿਸ ਉਹਨੂੰ ਉਹਦਾ ਪਹਿਲਾ ਕੁਝ ਕੀਤਾ, ਜਿਹਦਾ ਉਹਨੂੰ ਮੁੜ ਬਦਲਾ ਦਿੱਤਾ ਜਾਵੇ। ਕਿਉਂ ਜੋ ਉਸ ਤੋਂ ਅਤੇ ਉਸ ਦੇ ਵਸੀਲੇ ਨਾਲ ਉਸ ਦੇ ਲਈ ਸਾਰੀਆਂ ਵਸਤਾਂ ਹੋਈਆਂ ਹਨ, ਉਸ ਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। 12ਵਾਂ ਬਾਬ। ਸੋ ਹੈ ਭਰਾਵੋ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ ਅਤੇ ਪਰਮੇਸ਼ਵਰ ਦੇ ਪੁੱਤਰ ਅਤੇ ਪਰਮੇਸ਼ਵਰ ਨੂੰ ਪਾਉਂਦਾ ਬਲੀਦਾਨ ਕਰਕੇ ਚੜਾਵੋ। ਇਹ ਤੁਹਾਡੀ ਰੂਹਾਨੀ ਬੰਦਗੀ ਹੈ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਾਈ ਪਰਮੇਸ਼ਵਰ ਚੰਗੀ ਹੈ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ। ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ, ਭਾਈ ਉਹ ਆਪਣੇ ਆਪ ਨੂੰ ਚਾਹੀਦਾ ਹੈ ਉਹਨਾਂ ਨਾਲੋਂ ਵੱਧ ਨਾ ਸਮਝੇ, ਸਗੋਂ ਸੂਰਤ ਨਾਲ ਸਮਝੇ, ਜਿਕਰ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨੇਚਾ ਵੰਡ ਦਿੱਤੀ ਹੈ। ਜਿਵੇਂ ਇੱਕ ਸਰੀਰ ਵਿੱਚ ਢੇਰ ਸਾਰੇ ਅੰਗ ਹਨ, ਪਰ ਸਾਰਿਆਂ ਅੰਗਾਂ ਵਿੱਚ ਇੱਕੋ ਕੰਮ ਨਹੀਂ,
ਤਿਵੇਂ ਅਸੀਂ ਵੀ ਸਾਰੇ ਹਾਂ, ਪਰ ਮਸੀਹ ਵਿੱਚ ਰਲ ਕੇ ਸਰੀਰ ਹਾਂ ਅਤੇ ਇੱਕ ਇੱਕ ਕਰਕੇ ਇੱਕ ਦੂਜੇ ਦੇ ਅੰਗ ਹਾਂ। ਸੋ ਕਿਰਪਾ ਉਸ ਦੇ ਨਾਲ ਅਨੁਸਾਰ ਜੋ ਸਾਨੂੰ ਦਾਨ ਹੋਈ ਅਤੇ ਵੱਖਰੀਆਂ ਦਾਤਾਂ ਮਿਲੀਆਂ, ਅਤੇ ਫਿਰ ਉਹ ਨਬੂਵਤ ਹੋਵੇ ਤਾਂ ਆਪਣੀ ਨਿਚਾ ਦੇ ਸਮਾਨ ਨਬੂਵਤ ਕਰੀਏ। ਜੇ ਸੇਵਾ ਹੋਵੇ ਤਾਂ ਆਪਣੀ ਸੇਵਾ ਵਿੱਚ ਰਹੀਏ, ਅਤੇ ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਵਾਲੇ ਦੇ ਕੰਮ ਵਿੱਚ ਰਹੇ। ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ, ਦਾਨ ਵਾਲਾ ਦਾਨ ਵਿੱਚ ਖੁੱਲ੍ਹੇ ਦਿਲ ਨਾਲ ਦੇਵੇ, ਉਪਕਾਰ ਕਦਰ ਨਾਲ ਹੋਵੇ, ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ, ਪ੍ਰੇਮ ਨਿਸ਼ਕਪਟ ਹੋਵੇ, ਬੁਰਾਈ ਤੋਂ ਸੋਗ ਕਰੋ, ਭਲਾਈ ਆਈ ਅਤੇ ਉਹਦੇ ਨਾਲ ਮਿਲੇ ਰਹੋ। ਪਰਪਨ ਦੇ ਪ੍ਰੇਮ ਵਿੱਚ ਇੱਕ ਦੂਜੇ ਨਾਲ ਗੂੜਾ ਹਿੱਤ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ, ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਨੂੰ ਸਰਗਰਮ ਰੱਖੋ, ਪ੍ਰਭੂ ਦੀ ਸੇਵਾ ਕਰਿਆ ਕਰੋ, ਆਸ਼ਾ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ, ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰਾਹੁਣਚਾਰੀ ਪੂਜ ਕੇ ਕਰੋ ਅਤੇ ਦੁਖਦਾਈਆਂ ਨੂੰ ਅਸੀਸ ਦਿਓ, ਫਿਟਕਾਰੋ ਨਾ। ਆਨੰਦ ਕਰਨ ਵਾਲਿਆਂ ਨਾਲ ਆਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ ਅਤੇ ਆਪੋ ਵਿੱਚ ਇੱਕ ਮਨ ਹੋਵੋ। ਉੱਚੀਆਂ ਗੱਲਾਂ ਉੱਤੇ ਮਨ ਲਾਓ, ਪਰ ਨੀਵੀਆਂ ਨਾਲ ਮਿਲੇ ਰਹੋ। ਆਪਣੀ ਜਾਂਚ ਵਿੱਚ ਸਿਆਣੇ ਨਾ ਬਣੋ, ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ, ਉਹਨਾਂ ਦਾ ਧਿਆਨ ਰੱਖੋ। ਜੇ ਹੋ ਸਕੇ ਤਾਂ ਆਪਣੀ ਵਾਲ ਲੱਗਦਿਆਂ ਸਾਰੇ ਮਨੁੱਖਾਂ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ, ਪਰ ਕ੍ਰੋਧ ਨੂੰ ਜਾਣ ਦਿਓ, ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੂ ਆਖਦਾ ਹੈ, ਭਈ ਬਦਲਾ ਲੈਣਾ ਮੇਰਾ ਕੰਮ ਹੈ ਅਤੇ ਮੈਂ ਹੀ ਵੱਟਾ ਲਵਾਂਗਾ। ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖੁਆ, ਅਤੇ ਜੇ ਤਿਹਾਇਆ ਹੋਵੇ ਤਾਂ ਉਹਨੂੰ ਪਿਆ, ਕਿਉਂ ਜੋ ਇਹ ਕਰ ਕਿ ਤੂੰ ਉਹਦੇ ਸਿਰ ਉੱਤੇ ਅੱਗ ਦੇ ਅੰਗਿਆਰੇ ਦਾ ਢੇਰ ਲਾਵੇਂਗਾ। ਬੁਰਾਈ ਤੋਂ ਨਾ ਹਾਰ, ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲੈ। 13ਵਾਂ ਬਾਬ। ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ, ਕਿਉਂਕਿ ਜਿਹੀਆਂ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ਵਰ ਦੇ ਵੱਲੋਂ ਨਾ ਹੋਵੇ, ਅਤੇ ਜਿੰਨੀਆਂ ਹਕੂਮਤਾਂ ਹਨ ਉਹ ਪਰਮੇਸ਼ਵਰ ਦੀਆਂ ਹਨ। ਅਤੇ ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ਵਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ, ਅਤੇ ਜਿਹੜਾ ਸਾਹਮਣਾ ਕਰਦੇ ਹਨ ਉਹ ਦੰਡ ਭੋਗਣਗੇ। ਹਾਕਮ ਤਾਂ ਚੰਗੇ ਹੋਣ ਤੋਂ ਨਹੀਂ, ਪਰ ਬੁਰੇ ਕੰਮ ਕਰਨ ਤੋਂ ਡਰਾਉਣ ਵਾਲੇ ਹੁੰਦੇ ਹਨ। ਕੀ ਤੂੰ ਹਾਕਮ ਤੋਂ ਡਰਿਆ ਨਹੀਂ ਚਾਹੁੰਦਾ? ਭਲਾ ਕਰ ਅਤੇ ਉਹਦੇ ਵੱਲੋਂ ਤੇਰਾ ਸੋਭਾ ਹੋਵੇ, ਕਿਉਂ ਜੋ ਉਹ ਪਰਮੇਸ਼ਵਰ ਦਾ ਸੇਵਕ ਤੇਰੀ ਭਲਾਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇ ਤਾਂ ਡਰ, ਇਸ ਲਈ ਜੋ ਉਹ ਐਵੇਂ ਹੀ ਤਲਵਾਰ ਨਾਲ ਲਾਏ ਹੋਏ ਹਨ। ਉਹ ਤਾਂ ਪਰਮੇਸ਼ਵਰ ਦਾ ਸੇਵਕ ਹੈ, ਭਾਈ ਕੁਧਰਮੀ ਨੂੰ ਸਜ਼ਾ ਦੇਵੇ, ਅਤੇ ਨਿਰਾ ਕ੍ਰੋਧ ਦੇ ਹੀ ਨਹੀਂ ਸਗੋਂ ਅੰਤਕਰਨ ਦੇ ਵਿੱਚ ਅਧੀਨ ਹੋਣਾ ਲੋੜੀਦਾ ਹੈ, ਅਤੇ ਇਸੇ ਕਾਰਨ ਹਾਲਾ ਵੀ ਦਿੰਦੇ ਹਨ, ਅਤੇ ਇਸ ਕਰਕੇ ਇਹ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ਵਰ ਦੇ ਖਾਦਮ ਹਨ। ਸਭਨਾਂ ਦਾ ਹੱਕ ਭਰ ਦਿਓ, ਅਤੇ ਜਿਹਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹਦੇ ਕੋਲੋਂ ਡਰਨਾ ਹੈ ਡਰੋ, ਜਿਹਦਾ ਆਦਰ ਚਾਹੀਦਾ ਹੈ ਆਦਰ ਕਰੋ, ਇੱਕ ਦੂਜੇ ਨਾਲ ਪਿਆਰ ਕਰੋ, ਬਿਨਾਂ ਕਿਸੇ ਤੋਂ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਕੋਈ ਦੂਜੇ ਨਾਲ ਪਿਆਰ ਕਰਦਾ ਹੈ ਉਹਨੇ ਸ਼ਰ੍ਹਾਂ ਨੂੰ ਪੂਰਾ ਕੀਤਾ ਹੈ। ਇਹ ਭਾਈ ਜਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ, ਅਤੇ ਜੇ ਕੋਈ ਹੁਕਮ ਵੀ ਹੋਵੇ ਤਾਂ ਸਭਨਾਂ ਦਾ ਤਾਪਰਜ ਆਪਣੀ ਗੱਲ ਵਿੱਚ ਹੈ। ਭਾਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਪਿਆਰ ਗੁਆਂਢੀ ਦਾ ਕੁਝ ਨਹੀਂ ਬੁਰਾ ਕਰਦਾ, ਇਸ ਕਰਕੇ ਪਿਆਰ ਸ਼ਰ੍ਹਾ ਦਾ ਕਰਨਾ ਪੂਰਾ ਹੈ। ਅਤੇ ਤੁਸੀਂ ਸਮਾਂ ਜਾਣਦੇ ਹੋ ਜੋ ਹੁਣ ਨੀਂਦਰ ਤੋਂ ਜਾਗਣ ਦਾ ਵੇਲਾ ਆ ਪੁੱਜਿਆ ਹੈ, ਕਿਉਂ ਜੋ ਜਿਸ ਵੇਲੇ ਅਸਾਂ ਨੇਚਾ ਕੀਤੀ ਉਸ ਵੇਲੇ ਸਾਡੀ ਮੁਕਤੀ ਹੁਣ ਨੇੜੇ ਹੈ। ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ, ਅਤੇ ਇਸ ਲਈ ਹਨੇਰੇ ਦੇ ਕੰਮ ਛੱਡੀਏ ਅਤੇ ਚਾਨਣ ਦੇ ਸਜੋ ਪਹਿਨ ਲਈਏ। ਭਲਾ ਮਾਨਸੀ ਨਾਲ ਚੱਲੀਏ, ਜਿਕਰ ਦਾਨੇ ਚੱਲਦਾ ਹੈ, ਅਤੇ ਨਾ ਬਦਮਸਤੀਆਂ, ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਵਿੱਚ, ਨਾ ਲੁੱਚ ਪੁਣਿਆਂ ਵਿੱਚ, ਨਾ ਝਗੜਿਆਂ ਵਿੱਚ, ਨਾ ਹਸਦ ਵਿੱਚ, ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ, ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਦਦ ਨਾ ਕਰੋ। 14ਵਾਂ ਬਾਬ। ਜਿਹੜਾ ਕੋਈ ਨੇਚਾ ਵਿੱਚ ਕੱਚਾ ਹੈ ਉਹਨੂੰ ਆਪਣੀ ਸੰਗਤ ਵਿੱਚ ਰਲਾ ਲਓ, ਪਰ ਪਰਮਾ ਵਿਖੇ ਫੈਸਲੇ ਲਈ ਨਹੀਂ। ਇੱਕ ਨੂੰ ਨੇਚਾ ਹੈ ਭਾਈ ਹਰ ਵਸਤ ਦਾ ਖਾਣਾ ਯੋਗ ਹੈ, ਪਰ ਜਿਹੜਾ ਕੱਚਾ ਹੈ ਉਹ ਸਾਗ ਪੱਤ ਹੀ ਖਾਂਦਾ ਹੈ। ਜਿਹੜਾ ਖਾਣ ਵਾਲਾ ਹੈ ਉਹਨੂੰ ਨਾ ਖਾਣ ਵਾਲੇ ਨੂੰ ਤੁੱਛ ਜਾਣੇ, ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਨੂੰ ਦੋਸ਼ ਨਾ ਲਾਵੇ, ਕਿਉਂ ਜੋ ਪਰਮੇਸ਼ਵਰ ਨੇ ਉਹਨੂੰ ਕਬੂਲ ਕਰ ਲਿਆ ਹੈ।
ਤੂੰ ਪਰਾਏ ਟਹਿਲੂਏ ਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈ? ਉਹ ਤਾਂ ਆਪਣੇ ਮਾਲਕ ਦੇ ਅੱਗੇ ਖੁੱਲਿਆ ਕਰਦਾ ਹੈ ਅਥਵਾ ਡਿੱਗ ਪੈਂਦਾ ਹੈ ਅਤੇ ਉਹ ਖਿਲਾਰਿਆ ਕਰੇਗਾ। ਅਤੇ ਕਿਉਂ ਜੋ ਪ੍ਰਭੂ ਨੇ ਉਹਨੂੰ ਖਿਲਾਰਿਆ ਦੀ ਸਮਰਥਾ ਦਿੱਤੀ ਹੈ। ਕੋਈ ਇੱਕ ਨੂੰ ਦਿਨ ਨੂੰ ਦੂਜੇ ਨਾਲੋਂ ਚੰਗਾ ਸਮਝਦਾ ਹੈ, ਕੋਈ ਜਣਾ ਸਭਨਾਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪਣੇ ਮਨ ਵਿੱਚ ਪੱਕੀ ਨਿਸ਼ਚਾ ਰੱਖੇ। ਜਿਹੜਾ ਦਿਨ ਨੂੰ ਮੰਨਦਾ ਹੈ ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂ ਜੋ ਉਹ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ। ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ਵਰ ਦਾ ਧੰਨਵਾਦ ਨਹੀਂ ਕਰਦਾ। ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ, ਅਤੇ ਇਸੇ ਲਈ ਅਸੀਂ ਜੀਵੀਏ ਤਾਂ ਪ੍ਰਭੂ ਦੇ ਲਈ ਜਿਉਂਦੇ ਰਹੀਏ, ਅਤੇ ਜੇ ਮਰੀਏ ਤਾਂ ਪ੍ਰਭੂ ਦੇ ਲਈ ਮਰੀਏ। ਗੱਲ ਕਾਹਦੀ? ਭਾਈ ਜੀਵੀਏ ਭਾਵੇਂ ਮਰੀਏ, ਪਰ ਹਾਂ ਅਸੀਂ ਪ੍ਰਭੂ ਦੇ ਹੀ, ਕਿਉਂ ਜੋ ਉਸ ਦੇ ਕਾਰਨ ਮਸੀਹ ਮੋਇਆ ਅਤੇ ਫਿਰ ਜੀ ਉੱਠਿਆ। ਭਾਈ ਮੁਰਦਿਆਂ ਦਾ ਅਤੇ ਨਾਲੇ ਜਿਉਂਦਿਆਂ ਦਾ ਪਰਮੇਸ਼ਵਰ ਹੋਵੇ। ਪਰ ਤੂੰ ਆਪਣੇ ਭਰਾ ਉੱਤੇ ਕਾਹਨੂੰ ਦੋਸ਼ ਲਾਉਂਦਾ ਹੈ? ਅਥਵਾ ਫਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈ? ਕਿਉਂ ਜੋ ਅਸੀਂ ਸਭਨਾਂ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਖੜੇ ਹੋਵਾਂਗੇ, ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਸੱਚ ਆਖਦਾ ਹੈ, ਆਪਣੀ ਜਿੰਦ ਦੀ ਸਹੁੰ ਹਰ ਇੱਕ ਗੋਡਾ ਮੇਰੇ ਅੱਗੇ ਨਿਵੇਗਾ ਅਤੇ ਹਰ ਇੱਕ ਜਿਭ ਪਰਮੇਸ਼ਵਰ ਦੇ ਅੱਗੇ ਇਕਰਾਰ ਕਰੇਗੀ। ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਵਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ, ਅਤੇ ਅਸੀਂ ਇਸ ਲਈ ਇੱਕ ਦੂਜੇ ਨੂੰ ਅਗਾਹਾਂ ਨੂੰ ਕਦੇ ਦੋਸ਼ ਨਾ ਲਾਈਏ। ਸਗੋਂ ਤੁਸੀਂ ਇਹ ਵਿਚਾਰੋ, ਭਾਈ ਠੇਡੇ ਅਥਵਾ ਠੋਕਰ ਵਾਲੀ ਵਸਤ ਤੁਸੀਂ ਆਪਣੇ ਭਰਾ ਦੇ ਲਈ ਰਾਹ ਵਿੱਚ ਨਾ ਰੱਖੋ। ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਨੇ ਮੈਨੂੰ ਨਿਹਚਾ ਹੈ, ਭਾਈ ਕੋਈ ਵਸਤ ਆਪ ਤੋਂ ਆਪ ਅਸ਼ੁੱਧ ਨਹੀਂ ਹੁੰਦੀ, ਪਰ ਜਿਹੜਾ ਕਿਸੇ ਵਸਤ ਨੂੰ ਅਸ਼ੁੱਧ ਮੰਨਦਾ ਹੈ ਉਹ ਉਸ ਦੇ ਲਈ ਅਸ਼ੁੱਧ ਹੈ। ਜੇਕਰ ਤੇਰੇ ਭੋਜਨ ਕਰਕੇ ਤੇਰਾ ਭਰਾ ਦੁਖੀ ਹੁੰਦਾ ਹੈ ਤਾਂ ਤੂੰ ਅਜਿਹਾ ਪ੍ਰੇਮ ਨਾਲ ਚੱਲਦਾ ਹੈ ਨਹੀਂ ਜਿਹਦੇ ਲਈ ਤੂੰ ਮਸੀਹ ਮੋਇਆ, ਅਤੇ ਭੋਜਨ ਉਸ ਦਾ ਨਾਸ਼ ਨਾ ਕਰ। ਸੋ ਤੁਹਾਡੀ ਸੋਬਤ ਦੀ ਬਦਨਾਮੀ ਨਾ ਕੀਤੀ ਜਾਵੇ, ਕਿਉਂ ਜੋ ਪਰਮੇਸ਼ਵਰ ਦਾ ਰਾਜ ਖਾਣਾ ਪੀਣਾ ਨਹੀਂ, ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਆਨੰਦ ਹੈ। ਅਤੇ ਜਿਹੜਾ ਇਸ ਬਿਧ ਨਾਲ ਪਰਮੇਸ਼ਵਰ ਦੀ ਸੇਵਾ ਕਰਦਾ ਹੈ ਤਾਂ ਉਹ ਪਰਮੇਸ਼ਵਰ ਨੂੰ ਪਾਉਂਦਾ ਹੈ ਅਤੇ ਮਨੁੱਖਾਂ ਨੂੰ ਪ੍ਰਮਾਣ ਹੁੰਦਾ ਹੈ। ਸੋ ਚੱਲੋ ਅਸੀਂ ਉਹਨਾਂ ਗਿਲਾਂ ਨੂੰ ਪਿੱਛੇ ਛੱਡ ਚਲੀਏ ਜਿਨ੍ਹਾਂ ਦਾ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ। ਭੋਜਨ ਦੇ ਕਾਰਨ ਪਰਮੇਸ਼ਵਰ ਦਾ ਕੰਮ ਨਾ ਵਿਗਾੜ। ਸਭੋ ਕੁਝ ਸ਼ੁੱਧ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹਦੇ ਖਾਣ ਤੋਂ ਠੋਕਰ ਲੱਗਦੀ ਹੈ। ਭਲੀ ਗੱਲ ਇਹ ਹੈ ਜੋ ਨਾ ਤੂੰ ਉਸ ਮਾਸ ਖਾਵੇਂ, ਨਾ ਤੂੰ ਪੀਵੇਂ, ਨਾ ਕੋਈ ਅਜਿਹਾ ਕੰਮ ਕਰੇ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ। ਤੈਨੂੰ ਨਿਹਚਾ ਹੈ, ਸੋ ਆਪਣੇ ਪਰਮੇਸ਼ਵਰ ਦੇ ਲਈ ਅੱਗੇ ਰੱਖ। ਧਨ ਹੈ ਉਹ ਜਿਹੜਾ ਉਸ ਦੇ ਕੰਮ ਕਰਨ ਦੇ ਨੂੰ ਯੋਗ ਸਮਝਦਾ ਹੈ ਅਤੇ ਆਪਣੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਪਰ ਜਿਹੜਾ ਪਰਮ ਕਰਦਾ ਹੈ ਉਹ ਖਾਵੇ ਅਤੇ ਦੋਸ਼ੀ ਹੋਇਆ, ਇਸ ਲਈ ਜੋ ਨਿਹਚਾ ਕਰਕੇ ਨਹੀਂ ਖਾਂਦਾ ਅਤੇ ਜੋ ਕੁਝ ਨਿਹਚਾ ਦੀ ਥਾਂ ਨਹੀਂ ਹੁੰਦਾ ਸੋ ਪਾਪ ਹੈ। 15ਵਾਂ ਬਾਬ। ਸਾਨੂੰ ਜੋ ਤਗੜੇ ਹਾਂ ਚਾਹੀਦਾ ਹੈ ਭਾਈ ਬਲਹੀਨਾਂ ਦੀਆਂ ਨਿਰਬਲਤਾਵਾਂ ਨੂੰ ਸਹਾਰੀਏ ਅਤੇ ਆਪਣੇ ਆਪ ਨੂੰ ਨਾ ਰਜਾਈਏ, ਅਤੇ ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹਦੀ ਭਲਾਈ ਦੇ ਲਈ ਰਜਾਏ, ਭਾਈ ਉਹਦੀ ਤਰੱਕੀ ਹੋਵੇ। ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਜਾਇਆ, ਪਰ ਜੋ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆ ਮੇਰੇ ਤੇ ਆ ਪਈਆਂ, ਕਿਉਂਕਿ ਜੋ ਕੁਝ ਅੱਗੇ ਲਿਖਿਆ ਹੋਇਆ ਸੀ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ, ਭਾਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ। ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਵਰ ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ, ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਵਡਿਆਈ ਕਰੋ। ਇਸੇ ਕਾਰਨ ਤੁਸੀਂ ਇੱਕ ਦੂਜੇ ਨੂੰ ਕਬੂਲ ਕਰੋ, ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ, ਭਾਈ ਪਰਮੇਸ਼ਵਰ ਦੀ ਵਡਿਆਈ ਹੋਵੇ। ਮੈਂ ਤੁਹਾਨੂੰ ਆਖਦਾ ਹਾਂ, ਭਾਈ ਮਸੀਹ ਸਾਡਾ ਪਰਮੇਸ਼ਵਰ ਸੱਚਾਈ ਦੇ ਨਿਮਿਤ ਸੁਨਤੀਆਂ ਦਾ ਸੇਵਕ ਬਣਿਆ, ਅਤੇ ਜੋ ਉਹਨਾਂ ਦਾ ਬਚਨਾਂ ਨੂੰ ਜਿਹੜੇ ਪਿਤਰਾਂ ਨੂੰ ਦਿੱਤੇ ਗਏ ਸਨ ਪੂਰਿਆ ਕਰੇ, ਅਤੇ ਪਰਾਈਆਂ ਕੌਮਾਂ ਦਾ ਰਹਿਮ ਦੇ ਲਈ ਪਰਮੇਸ਼ਵਰ ਦੀ ਵਡਿਆਈ ਕਰਨ, ਜਿਵੇਂ ਲਿਖਿਆ ਹੋਇਆ ਹੈ, ਇਸ ਵੇਲੇ ਮੈਂ ਪਰਾਈਆਂ ਕੌਮਾਂ ਲੋਕਾਂ ਵਿੱਚ ਤੇਰੀ ਵਡਿਆਈ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। ਅਤੇ ਫਿਰ ਕਹਿੰਦਾ ਹੈ, ਹੇ ਪਰਾਈ ਕੌਮੋ ਉਹਦੀ ਪਰਜਾ ਨਾਲ ਖੁਸ਼ੀ ਕਰੋ, ਅਤੇ ਫਿਰ ਹੇ ਸਾਰੇ ਇਸ ਕੌਮੋ ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹਦੇ ਗੁਣ ਗਾਉਣ
ਫਿਰ ਇਸ਼ਾਇਆ ਆਖਦਾ ਹੈ, ਯੱਸੀ ਦੀ ਜੜ ਪ੍ਰਗਟ ਹੋਵੇਗੀ ਅਤੇ ਜਿਹੜਾ ਕੌਮ ਉੱਤੇ ਹਕੂਮਤ ਕਰਨ ਲਈ ਉੱਠਿਆ ਹੈ ਉਹਦੇ ਉੱਤੇ ਕੌਮ ਦੀ ਆਸਾ ਰੱਖਣਗੀਆਂ। ਹੁਣ ਆਸਾ ਦਾ ਪਰਮੇਸ਼ਵਰ ਤੁਹਾਨੂੰ ਨੇਚਾ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ। ਭਾਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਓ। ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਿਖੇ ਯਕੀਨ ਰੱਖਦਾ ਹਾਂ। ਭਾਈ ਤੁਸੀਂ ਵੀ ਆਪ ਭਲਾਈ ਨਾਲ ਪੂਰੇ ਅਤੇ ਸਾਰੇ ਗਿਆਨ ਨਾਲ ਭਰੇ ਹੋ ਅਤੇ ਇੱਕ ਦੂਜੇ ਨੂੰ ਸਿੱਖਿਆ ਦੇ ਸਕੋ। ਪਰ ਮੈਂ ਤੁਹਾਨੂੰ ਫੇਰ ਚੇਤਾ ਕਰਾਉਣ ਲਈ ਕਿਤੇ ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ਵਰ ਦੇ ਵੱਲੋਂ ਬਖਸ਼ੀ ਗਈ। ਭਾਈ ਮੈਂ ਪਰਮੇਸ਼ਵਰ ਦੀ ਖੁਸ਼ਖਬਰੀ ਵਿੱਚ ਜਾਜਕ ਪੁਣੇ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ, ਤਾਂ ਜੋ ਪਰਾਈਆਂ ਕੌਮਾਂ ਦਾ ਚੜਾਇਆ ਜਾਣਾ ਅਤੇ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਪ੍ਰਮਾਣ ਹੋਵੇ। ਸੋ ਪਰਮੇਸ਼ਵਰੀ ਗੱਲਾਂ ਵਿਖੇ ਮੈਂ ਤੁਹਾਨੂੰ ਮਸੀਹ ਯਸੂ ਦੇ ਵਿੱਚ ਅਭਿਮਾਨ ਦਾ ਵੇਲਾ ਹੈ, ਕਿਉਂ ਜੋ ਮੇਰਾ ਹਿਓ ਨਾ ਹੀ ਪੈਂਦਾ ਜੋ ਮੈਂ ਹੋਰਨਾਂ ਕੰਮਾਂ ਦੀ ਗੱਲ ਕਰਾਂ ਬਿਨਾਂ ਉਹਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਲਈ ਵਚਨ ਤੋਂ ਕਰਨੀ ਹੈ। ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰਥਾ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ 4 ਚੁਫੇਰੇ ਇਕੁਲੀਅਨ ਤਿੱਕਰ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਹਾਂ, ਮੈਂ ਇਹ ਚਾਹ ਕੀਤੀ ਭਾਈ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ ਉੱਥੇ ਖੁਸ਼ਖਬਰੀ ਸੁਣਾਵਾਂ, ਅਤੇ ਇਉਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ। ਸਗੋਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹਦੀ ਕਬਰ ਨਹੀਂ ਹੋਈ ਉਹ ਵੇਖਣਗੇ ਅਤੇ ਜਿਨ੍ਹਾਂ ਨਹੀਂ ਸੁਣਿਆ ਉਹ ਸਮਝਣਗੇ। ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਅਟਕ ਗਿਆ, ਪਰ ਜਦੋਂ ਇਹਨਾਂ ਦੇਸ਼ਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ ਅਤੇ ਬਹੁਤ ਵਰ੍ਹਿਆਂ ਤੋਂ ਤੁਹਾਡੇ ਕੋਲ ਆਉਣ ਦੀ ਚਾਹ ਵੀ ਰੱਖਦਾ ਹਾਂ, ਜਦ ਮੈਂ ਕਦੇ ਹਿਸਾਪਨੀਆਂ ਦੇ ਵਿੱਚ ਨੂੰ ਜਾਵਾਂ ਅਤੇ ਆਸਾ ਰੱਖਦਾ ਹਾਂ ਭਾਈ ਉੱਪਰ ਦੀ ਜਾਂਦਿਆਂ ਹੋਇਆਂ ਤੁਹਾਡਾ ਦਰਸ਼ਨ ਕਰਾਂ, ਅਤੇ ਜਦ ਪਹਿਲਾਂ ਵੀ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਤ੍ਰਿਪਤ ਹੋਵੇ ਤਾਂ ਤੁਹਾਥੋਂ ਉੱਧਰ ਨੂੰ ਪਹੁੰਚਾਇਆ ਜਾਵਾਂ। ਹਾਂ, ਹਾਲੀ ਵੀ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ, ਅਤੇ ਕਿਉਂ ਜੋ ਮਕਦੂਨੀਆ ਅਤੇ ਅਖਾਇਆ ਦੇ ਲੋਕਾਂ ਦੀ ਪਾਉਣੀ ਹੋਈ ਹੈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗਰੀਬ ਹਨ ਚੰਦਾ ਉਗਰਾਈਏ ਕਰਨ। ਹਾਂ, ਇਹ ਉਹ ਉਹਨਾਂ ਦੀ ਪਾਉਣੀ ਹੈ ਅਤੇ ਉਹ ਇਹਨਾਂ ਦੇ ਕਰਜ਼ਦਾਰ ਵੀ ਹਨ, ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਭਾਈ ਸਰੀਰਕ ਵਿਸਥਾ ਨਾਲ ਇਹਨਾਂ ਦੀ ਸੇਵਾ ਕਰਨ। ਸੋ ਜਦ ਇਸ ਕੰਮ ਨੂੰ ਸਿਰੇ ਚਾੜ ਲਵਾਂ ਅਤੇ ਇਸ ਫਲ ਨੂੰ ਸੋਗੀ ਨਾਲ ਉਹਨਾਂ ਦੇ ਹਵਾਲੇ ਕਰ ਦਿਆਂ, ਤਾਂ ਮੈਂ ਤੁਹਾਡੇ ਕੋਲੋਂ ਅਗਾਂਹ ਹਿਸਾਪਨੀਆਂ ਨੂੰ ਜਾਵਾਂਗਾ, ਅਤੇ ਮੈਂ ਜਾਣਦਾ ਹਾਂ ਭਾਈ ਜਦੋਂ ਤੁਹਾਡੇ ਕੋਲ ਆਵਾਂਗਾ ਤਦੋਂ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ। ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਿਮਿਤ ਔਰ ਆਤਮਾ ਦੇ ਪ੍ਰੇਮ ਦੇ ਨਿਮਿਤ ਮੈਂ ਤੁਹਾਡੀ ਮਿਹਨਤ ਕਰਦਾ ਹਾਂ, ਜੋ ਤੁਸੀਂ ਪਰਮੇਸ਼ਵਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਯਤਨ ਕਰੋ ਭਾਈ ਉਹਨਾਂ ਤੋਂ ਜਿਹੜੇ ਯਹੂਦੀਆਂ ਵਿੱਚ ਬੇਪ੍ਰਤੀਤੇ ਹਨ ਮੈਂ ਬਚਾਇਆ ਜਾਵਾਂ। ਨਾਲੇ ਮੇਰੀ ਸੇਵਾ ਉਹ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਜੋ ਸੰਤਾਂ ਨੂੰ ਪ੍ਰਵਾਨ ਹੋਵੇ, ਤਾਂ ਮੈਂ ਪਰਮੇਸ਼ਵਰ ਦੀ ਇੱਛਾ ਨਾਲ ਤੁਹਾਡੇ ਕੋਲ ਆਨੰਦ ਆਵਾਂਗਾ ਅਤੇ ਤੁਹਾਡੇ ਨਾਲ ਸੁੱਖ ਪਾਵਾਂਗਾ। ਹੁਣ ਸ਼ਾਂਤੀ ਦਾ ਦਾਤਾ ਪਰਮੇਸ਼ਵਰ ਤੁਹਾਨੂੰ ਸਭਨਾਂ ਦੇ ਅੰਗ ਹੋਵੇ। 16ਵਾਂ ਬਾਬ। ਮੈਂ ਤੁਹਾਨੂੰ ਫੀਬੀ ਦਾ ਸੌਂਪਣਾ ਕਰਦਾ ਹਾਂ, ਜਿਹੜੀ ਸਾਡੀ ਭੈਣ ਅਤੇ ਉਸ ਕਲੀਸਿਆ ਦੀ ਸੇਵਕਾ ਹੈ ਜੋ ਕੰਥਰੀਆ ਵਿੱਚ ਹੈ। ਭਾਈ ਤੁਸੀਂ ਉਹਦਾ ਪ੍ਰਭੂ ਵਿੱਚ ਆਦਰ ਪਾਓ ਕਰੋ, ਜਿਸ ਤਰ੍ਹਾਂ ਸੰਤਾਂ ਨੂੰ ਯੋਗ ਹੈ, ਅਤੇ ਜਿਸ ਕੰਮ ਵਿੱਚ ਉਹਨੂੰ ਤੁਹਾਡੀ ਲੋੜ ਪਵੇ ਉਹਦੀ ਸਹਾਇਤਾ ਕਰੋ, ਕਿਉਂ ਜੋ ਉਹ ਆਪ ਹੀ ਬਹੁਤਿਆਂ ਦੀ ਸਗੋਂ ਮੇਰੀ ਵੀ ਉਪਕਾਰਨ ਬਣ ਚੁੱਕੀ ਹੈ। ਪਰਿਸਕਾ ਅਤੇ ਕੂਲਾ ਨੂੰ ਸੁਖ ਸਾਂਦ ਆਖਣਾ, ਜਿਹੜਾ ਮਸੀਹ ਯਸੂ ਵਿੱਚ ਮੇਰੇ ਨਾਲ ਕੰਮ ਕਰਨ ਵਾਲੇ ਹਨ, ਜਿਨ੍ਹਾਂ ਨੇ ਮੇਰੀ ਜਾਨ ਦੇ ਬਦਲੇ ਆਪਣੀ ਤੌਣ ਢਾਹ ਸੁੱਟੀ, ਅਤੇ ਨਿਰਾ ਮੈਂ ਹੀ ਨਹੀਂ ਤਾਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸੀਆਂ ਉਹਨਾਂ ਦਾ ਧੰਨਵਾਦ ਕਰਦੀਆਂ ਹਨ, ਅਤੇ ਉਸ ਕਲੀਸਿਆ ਨੂੰ ਜਿਹੜੀ ਉਹਨਾਂ ਦੇ ਘਰ ਵਿੱਚ ਹੈ ਸੁਖ ਸਾਂਦ ਆਖਣਾ। ਮੇਰੇ ਪਿਆਰੇ ਏਪੇਤੁਸ ਨੂੰ, ਜਿਹਨੂੰ ਮਸੀਹ ਦੇ ਲਈ ਆਸੀਆ ਦਾ ਪਹਿਲਾ ਫਲ ਅਤੇ ਸੁਖ ਸਾਂਦ ਆਖੋ। ਮਰੀਅਮ ਨੂੰ, ਜਿਨਨੇ ਤੁਹਾਡੇ ਲਈ ਬਾਹਲੀ ਮਿਹਨਤ ਕੀਤੀ, ਸੁਖ ਸਾਂਦ ਆਖੋ। ਅੰਦਰਿਕਸ ਨੂੰ ਅਤੇ ਯੂਨੀਆਸ ਨੂੰ, ਮੇਰੇ ਸਾਕਾਂ ਨੂੰ ਸੁਖ ਸਾਂਦ ਆਖੋ, ਅਤੇ ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪ੍ਰਸਿੱਧ ਹਨ, ਅਤੇ ਮੈਥੋਂ ਪਹਿਲਾਂ ਮਸੀਹ ਵੀ ਹੋਏ, ਅਤੇ ਅੰਕਾਪਲਿਊਤ ਨੂੰ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਹੈ, ਸੁਖ ਸਾਂਦ ਆਖੋ। ਅਤੇ ਉਰਬੁਨਾਉਸ ਨੂੰ,
ਜਿਹੜਾ ਮਸੀਹ ਵਿੱਚ ਸਾਡੇ ਨਾਲ ਕੰਮ ਕਰਨ ਵਾਲਾ ਹੈ, ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸੁਖ ਸਾਂਦ ਆਖੋ, ਅਤੇ ਅਪਲੀਅਸ ਨੂੰ ਜਿਹੜਾ ਮਸੀਹ ਵਿੱਚ ਹੋ ਕੇ ਪ੍ਰਵਾਨ ਹੈ ਸੁਖ ਸਾਂਦ ਆਖੋ, ਅਤੇ ਅਰਸਤੁਬੁਸ ਦੇ ਘਰ ਵਿੱਚ ਦਿਆਂ ਨੂੰ ਉਹਨੂੰ ਸੁਖ ਸਾਂਦ ਆਖੋ, ਅਤੇ ਹੈਰੋਦੀਅਨ ਨੂੰ ਮੇਰੇ ਸਾਕ ਨੂੰ ਸੁਖ ਸਾਂਦ ਆਖੋ, ਅਤੇ ਨਰਕਿਸਸ ਨੂੰ ਅਤੇ ਉਹਦੇ ਘਰਦਿਆਂ ਨੂੰ ਜਿਹੜੇ ਪ੍ਰਭੂ ਵਿੱਚ ਸੁਖ ਸਾਂਦ ਹਨ ਉਹਨਾਂ ਨੂੰ ਆਖੋ। ਤਰੋਫੈਨਾ ਨੂੰ ਅਤੇ ਤਰੋਫੋਸਾ ਨੂੰ ਜੋ ਪ੍ਰਭੂ ਵਿੱਚ ਮਿਹਨਤ ਕਰਦੀਆਂ ਹਨ ਅਤੇ ਸੁਖ ਸਾਂਦ ਆਖੋ। ਪਿਆਰੀ ਪਰਸੀਸ ਨੂੰ ਜਿਹਨੂੰ ਪ੍ਰਭੂ ਦੀ ਬਾਹਲੀ ਮਿਹਨਤ ਕੀਤੀ ਸੁਖ ਸਾਂਦ ਆਖੋ। ਰਫੂਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ, ਅਤੇ ਉਹਦੀ ਮਾਤਾ ਨੇ ਜੋ ਮੇਰੀ ਵੀ ਮਾਤਾ ਹੈ ਸੁਖ ਸਾਂਦ ਆਖੋ। ਅੰਸੁਕ੍ਰਿਸ ਨੂੰ, ਫੈਲੇਗੋਨ ਨੂੰ, ਹਰਮੇਸ ਨੂੰ, ਪਤਰੂਬਾਸ ਨੂੰ ਅਤੇ ਹਿਰਮਾਸ ਨੂੰ, ਨਾਲੇ ਉਹਨਾਂ ਭਰਾਵਾਂ ਨੂੰ ਜਿਹੜੇ ਉਹਦੇ ਨਾਲ ਹਨ ਸੁਖ ਸਾਂਦ ਆਖੋ। ਫਿਲੋਕੁਲਗੁਸ ਨੂੰ ਅਤੇ ਯੂਲੀਆ ਨੂੰ ਅਤੇ ਨੇਰੀਅਸ ਨੂੰ ਅਤੇ ਉਹਦੀ ਭੈਣ ਨੂੰ ਅਤੇ ਉਲਪਾਸ ਨੂੰ ਅਤੇ ਸਭਨਾ ਸੰਤਾਂ ਨੂੰ ਜਿਹੜੇ ਉਹਨਾਂ ਨਾਲ ਹਨ ਸੁਖ ਸਾਂਦ ਆਖੋ। ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਜੇ ਦੀ ਸੁਖ ਸਾਂਦ ਪੁੱਛੋ। ਮਸੀਹ ਦੀਆਂ ਸਾਰੀਆਂ ਕਲੀਸਾਂ ਅਤੇ ਸਾਡੀ ਸੁਖ ਸਾਂਦ ਪੁੱਛਦੀਆਂ ਹਨ। ਹੁਣ ਹੇ ਪ੍ਰਭੂ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਭਈ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਹਨ ਅਤੇ ਠੋਕਰ ਖਵਾਉਂਦੇ ਹਨ, ਅਤੇ ਉਹਨਾਂ ਤੋਂ ਲਾਂਭੇ ਰਹੋ, ਕਿਉਂ ਜੋ ਇਹੋ ਜਿਹੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਹੀਂ ਸਗੋਂ ਆਪਣੇ ਢਿੱਡ ਦੀ ਸੇਵਾ ਕਰਦੇ ਹਨ, ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਅਤੇ ਭੋਲਿਆਂ ਦਿਲਾਂ ਨੂੰ ਠੱਗਦੇ ਹਨ। ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਭਨਾ ਤੋੜੀ ਅੱਪੜ ਪਿਆ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪ੍ਰਸੰਨ ਹਾਂ, ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣਿਓ, ਔਰ ਆਪਣੀ ਸ਼ਾਂਤੀ ਦਾਤਾ ਪਰਮੇਸ਼ਵਰ ਨੂੰ ਸ਼ੈਤਾਨ ਨੂੰ ਚੰਬਦੇ ਤੁਹਾਡੇ ਪੈਰਾਂ ਹੇਠ ਮਿੱਧ ਸੁੱਟੇਗਾ। ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। ਤਿਮੋਥੀਉਸ ਜੋ ਮੇਰੇ ਨਾਲ ਕੰਮ ਕਰਨ ਵਾਲਾ ਹੈ, ਲੂਕੀਆ ਅਤੇ ਯਸੋਨ ਅਤੇ ਸੋਸੀਪਰਤੁਸ ਜੋ ਮੇਰੇ ਸਾਕ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਮੈਂ ਤਰੋਵੀਅਸ ਨੂੰ ਜਿਹੜਾ ਇਸ ਪੱਤਰੀ ਦਾ ਲਿਖਣ ਵਾਲਾ ਹੈ ਤੁਹਾਨੂੰ ਸੁਖ ਸਾਂਦ ਆਖਦਾ ਹਾਂ। ਗਾਇਉਸ ਜੋ ਮੇਰਾ ਅਤੇ ਕਲੀਸਿਆ ਦਾ ਪ੍ਰਾਹੁਣਕਾਰੀ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ। ਇਰਸੁਤੁਸ ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ, ਅਤੇ ਭਾਈ ਕੁਰਾਤੁਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਹੁਣ ਜੋ ਤੁਸੀਂ ਮੇਰੀ ਅੰਜੀਲ ਅਤੇ ਯਿਸੂ ਮਸੀਹ ਦੀ ਮਨਾਦੀ ਦੇ ਅਨੁਸਾਰ ਇਹ ਸਥਿਰ ਕਰ ਸਕਦਾ ਹੈ, ਹਾਂ ਉਸ ਭੇਦ ਦੇ ਪ੍ਰਕਾਸ਼ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰਿਹਾ ਹੈ ਹੁਣ ਪ੍ਰਗਟ ਹੋਇਆ, ਅਤੇ ਅਨਾਦਿ ਪਰਮੇਸ਼ਵਰ ਦੇ ਅਨੁਸਾਰ ਨਬੀਆਂ ਦੀਆਂ ਧਰਮ ਪੁਸਤਕਾਂ ਦੇ ਦੁਆਰਾ ਸਾਰੀਆਂ ਕੌਮਾਂ ਵਿੱਚ ਪ੍ਰਸਿੱਧ ਕੀਤਾ ਗਿਆ, ਤਾਂ ਜੋ ਉਹਨਾਂ ਵਿੱਚ ਨੇਚਾ ਅਤੇ ਆਗਿਆਕਾਰੀ ਹੋ ਜਾਵੇ ਉਸ ਅਦੁੱਤੀ ਬੁੱਧਵਾਨ ਪਰਮੇਸ਼ਵਰ ਦੀ, ਹਾਂ ਉਸ ਦੀ ਯਿਸੂ ਮਸੀਹ ਦੇ ਦੁਆਰਾ ਜੁਗੋ ਜੁਗ ਹੋਵੇ। ਆਮੀਨ।